ਭਖਤ ਦਾ ਮਸਲਾ ਵੇਖ ਰਹੇ ਹੋ ਜੀ ਤੁਸੀਂ। ਮੈਂ ਹਾਂ ਕੁਲਵਿੰਦਰ ਸਿੰਘ ਤੇ ਗੱਲ ਕਰਾਂਗੇ 2022 ਨੂੰ ਲੈ ਕੇ ਭਖਦੀ ਸੂਬੇ ਦੀ ਸਿਆਸਤ ਦੀ। ਦਰਅਸਲ 2022 ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਤੇ ਹੁਣ ਦਲ ਬਦਲੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਇਸ ਤੇ ਸਭ ਦੇ ਵਿਚਾਲੇ ਜੋ ਅੱਜ ਦੀ ਵੱਡੀ ਖਬਰ ਰਹੀ ਆ ਉਹ ਇਹ ਹੈ ਕਿ ਸੁਖਪਾਲ ਖਹਿਰਾ ਮੁੜ ਤੋਂ ਕਾਂਗਰਸ ਦੇ ਵਿੱਚ ਉਹਨਾਂ ਦੀ ਵਾਪਸੀ ਹੋ ਗਈ ਹੈ। ਨਾ ਸਿਰਫ ਸੁਖਪਾਲ ਖਹਿਰਾ ਨੇ ਘਰ ਵਾਪਸੀ ਕੀਤੀ ਬਲਕਿ ਆਪਣੇ ਨਾਲ ਆਮ ਆਦਮੀ ਪਾਰਟੀ ਦੇ ਦੋ ਬਾਗੀ ਵਿਧਾਇਕਾਂ ਨੂੰ ਵੀ ਲੈ ਕੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਉਹਨਾਂ ਨੂੰ ਪਾਰਟੀ ਸ਼ਾਮਲ ਕੀਤਾ ਗਿਆ। ਕਾਂਗਰਸ ਦੇ ਜੋ ਟਵਿੱਟਰ ਹੈਂਡਲ ਦੇ ਉੱਤੇ ਆਫੀਸ਼ੀਅਲੀ ਤੌਰ ਦੇ ਉੱਤੇ ਇਸ ਦਾ ਐਲਾਨ ਵੀ ਕੀਤਾ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਨ ਵੱਲੋਂ ਇਸ ਦੀ ਹਰੀ ਝੰਡੀ ਜਿਹੜੀ ਸੀ ਮਿਲ ਚੁੱਕੀ ਸੀ। ਸੋ ਖਹਿਰਾ ਕਾਂਗਰਸ ਦੇ ਵਿੱਚ ਵਾਪਸੀ ਕਰ ਰਹੇ ਨੇ, ਕਈ ਤਰ੍ਹਾਂ ਦੇ ਦਾਅਵੇ ਕਰ ਰਹੇ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਬਿਆਨ ਸੁਖਪਾਲ ਖਹਿਰਾ ਦੇ ਵਾਇਰਲ ਹੋਣ ਲੱਗੇ ਨੇ ਕਿ ਇਸ ਤੋਂ ਪਹਿਲਾਂ ਕਿਸ ਤਰੀਕੇ ਦੀ ਬਿਆਨਬਾਜ਼ੀ ਉਹ ਮੁੱਖ ਮੰਤਰੀ ਨੂੰ ਲੈ ਕੇ ਜਾਂ ਕਾਂਗਰਸ ਨੂੰ ਲੈ ਕੇ ਕਰ ਰਹੇ ਸੀ ਤੇ ਆਖਿਰਕਾਰ ਉਹਨਾਂ ਦਾ ਮੋਹ ਜਿਹੜਾ ਹੈ ਉਹ ਮੁੜ ਤੋਂ ਕਿਉਂ ਜਾਗ ਪਿਆ। ਵਿਰੋਧੀ ਵੀ ਲਗਾਤਾਰ ਤੰਜ ਕੱਸ ਰਹੇ ਨੇ, ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ। ਤੁਹਾਨੂੰ ਇੱਕ ਰਿਪੋਰਟ ਵਿਖਾਉਂਦੇ ਹਾਂ ਤੇ ਉਸ ਤੋਂ ਬਾਅਦ ਇਸ ਪੂਰੀ ਸਿਆਸੀ ਹਲਚਲ ਦੇ ਉੱਤੇ ਤਮਾਮ ਮਹਿਮਾਨ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਚਰਚਾ ਕਰਾਂਗੇ। ਤਾਰਾਂ 'ਚ ਝਾੜੂ 22 'ਚ ਫੜਿਆ ਹੱਥ। 2022 ਲਈ ਨਵੀਂ ਚਾਲ, ਖਹਿਰਾ ਹੁਣ ਕਾਂਗਰਸ ਨਾਲ। ਕਿ ਖਹਿਰਾ ਪੂਰਾ ਕਰਨਗੇ ਫਾਰਮੂਲਾ 44 ਜਾਂ ਕਾਂਗਰਸੀ ਕਲੇਸ਼ ਰਹੇਗਾ ਜਾਰੀ। 2022 ਦਾ ਸਿਆਸੀ ਦੰਗਲ ਪੂਰੀ ਤਰੀਕੇ ਨਾਲ ਭਖਿਆ ਹੋਇਆ ਹੈ ਅਤੇ ਪੰਜਾਬ ਦੀ ਸਿਆਸੀ ਹਵਾ ਪੂਰੀ ਤਰੀਕੇ ਨਾਲ ਦਿੱਲੀ ਟੂ ਪੰਜਾਬ ਆਈ ਹੈ ਅਤੇ ਹੁਣ ਰੁੱਤ ਪਾਲੇ ਬਦਲਣ ਦੀ ਆਈ ਹੈ। ਨਤੀਜਾ ਇਹ ਕਿ ਕਦੇ ਸਵਾਲ ਚੁੱਕਣ ਵਾਲੇ ਹੁਣ ਗੱਲ ਮਿਲ ਰਹੇ ਨੇ ਤਾਂ ਕਦੇ ਇੱਕ ਦੂਜੇ ਦੇ ਇਲਜ਼ਾਮ ਲਾਉਣ ਵਾਲੇ ਹੁਣ ਇੱਕ ਦੂਜੇ ਦੇ ਸੋਲੇ ਗਾ ਰਹੇ ਨੇ। ਖੈਰ ਸਿਆਸਤ ਹੁੰਦੀ ਸ਼ਤਰੰਜ ਦੀ ਬਿਸਾਤ ਵਾਂਗ ਹੈ, ਕਦੇ ਇਸ ਪਾਲੇ ਤਾਂ ਕਦੇ ਉਸ ਪਾਲੇ। ਕਾਂਗਰਸ ਦਾ ਕਲੇਸ਼ ਮੁਕਾਉਣ ਲਈ ਭਾਵੇਂ ਸੀਐਮ ਕੈਪਟਨ ਨੇ ਦਿੱਲੀ ਉਡਾਰੀ ਮਾਰੀ, ਪਰ ਉਸ ਤੋਂ ਐਨ ਪਹਿਲਾਂ ਸੀਐਮ ਦੀ ਚੰਡੀਗੜ੍ਹ ਰਿਹਾਇਸ਼ ਉੱਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਸਨੇ ਵਿਧਾਇਕ ਕਮਾਲੂ ਅਤੇ ਪੀਰਬਲ ਸਿੰਘ ਨੂੰ ਕਾਂਗਰਸ ਜੁਆਇਨ ਕਰਵਾਈ। ਹਾਲਾਂਕਿ ਕਾਂਗਰਸ ਦਾ ਹੱਥ ਫੜਨ ਤੋਂ ਪਹਿਲਾਂ ਸੀਐਮ ਕੈਪਟਨ ਨੇ ਇਸ ਦੀ ਮਨਜ਼ੂਰੀ ਹਾਈ ਕਮਾਨ ਤੋਂ ਵੀ ਲਈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਮੁਲਾਕਾਤ ਕੀਤੀ, ਉਹਨਾਂ ਨੇ ਸਾਨੂੰ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ। ਇਹ ਸਾਰੀਆਂ ਫਾਰਮਲ ਪ੍ਰਵਾਨਗੀਆਂ ਤੋਂ ਬਾਅਦ ਇਹ ਸਾਰਾ ਜਿਹੜਾ ਅੱਜ ਅਸੀਂ ਕਦਮ ਚੱਕਿਆ ਇਹ ਬਹੁਤ ਸੋਚ ਸਮਝ ਕੇ ਕਿ ਅੱਜ ਸਾਡਾ ਜਿਹੜਾ ਸੂਬਾ ਉਹ ਕਿੱਥੇ ਖੜਾ ਵਾ। ਪੰਜਾਬ ਇੱਕ ਵਾਰ ਫਿਰ ਬੇਅਦਬੀਆਂ ਦੇ ਦੌਰ ਚੋਂ ਗੁਜ਼ਰ ਰਿਹਾ ਵਾ। ਲੋਕ ਚਾਹੁੰਦੇ ਨੇ ਕਿ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਕੋਈ ਸਜ਼ਾ ਦੇਵੇ, ਬੇਅਦਬੀਆਂ ਕਰਨ ਵਾਲਿਆਂ ਨੂੰ ਕੋਈ ਸਜ਼ਾ ਦੇਵੇਗਾ ਜਾਂ ਬਾਈਬਲ ਕਲਾਂ ਦੇ ਵਿੱਚ ਜਿਹੜੇ 2 ਸਿੱਖ ਨੌਜਵਾਨ ਮਾਰਤੇ ਸੀਗੇ ਉਹ ਡੈਫੀਨੇਟਲੀ ਕੈਪਟਨ ਅਮਰਿੰਦਰ ਸਿੰਘ ਇਸੇ ਹੀ ਟੈਨਿਓਰ ਦੇ ਵਿੱਚ ਮੈਕਸਿਮਮ ਵਿਦਿਨ ਨੈਕਸਟ 2 ਮੰਥਸ ਜਿਹੜੇ ਕਲਪ੍ਰਿਟਸ ਨੇ ਬੇਅਦਬੀਆਂ ਦਾ ਆਲਰੇਡੀ ਐਸਆਈਟੀ ਨੇ ਕੰਮ ਕਾਫੀ ਤੇਜ਼ੀ ਨਾਲ ਸ਼ੁਰੂ ਕਰਤਾ। ਜਿਹੜੇ ਗੁਨਾਹਗਾਰ ਨੇ ਬਾਈਬਲ ਕਲਾਂ ਦੇ ਗੋਲੀकांड ਦੇ ਗੁਨਾਹਗਾਰ ਨੇ ਉਹ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਡੈਫੀਨੇਟਲੀ ਸਜ਼ਾ ਹੋ। ਅਗਰ ਅੱਜ ਉਹ ਪੰਜਾਬ ਕਰਜ਼ਈ ਆ, ਅੱਜ ਅਗਰ ਪੰਜਾਬ ਅਗਰ ਮਾਫੀਆ ਦਾ ਨਾਮ ਚੱਲ ਰਿਹਾ ਤੇ ਇਹਦੀ ਪਿਰਤਾ ਕਿਹਨਾਂ ਨੇ ਪਾਈਆਂ ਨੇ? ਇਹਨਾਂ ਅਖੌਤੀ ਅਕਾਲੀਆਂ ਨੇ। ਇਸ ਬਾਦਲ ਦੇ ਪਰਿਵਾਰ ਨੇ ਨਾਲੇ ਤਾਂ ਇਹਨਾਂ ਨੇ ਅਕਾਲੀ ਦਲ ਦੇ ਉੱਤੇ ਟੱਬਰ ਦਾ ਕਬਜ਼ਾ ਕਰਕੇ ਉਸ ਇੱਕ ਸ਼ਾਨਾ ਮੱਤਾ ਪਾਰਟੀ ਨੂੰ ਬਰਬਾਦ ਕਰ ਦਿੱਤਾ, ਉਹਨੂੰ ਜੜੋਂ ਉਖਾੜ ਕੇ ਰੱਖ ਦਿੱਤਾ ਪੰਜਾਬ ਦੇ ਵਿੱਚ। ਐਸਜੀਪੀਸੀ ਦਾ ਦੁਰਉਪਯੋਗ ਅੱਜ ਵੀ ਦੁਰਉਪਯੋਗ ਕਰ ਰਿਹਾ ਸੁਖਬੀਰ ਸਿੰਘ ਬਾਦਲ ਫॉर ਪਰਸਨਲ ਪੋਲੀਟੀਕਲ ਵਿਮਸ ਐਂਡ ਫੈਂਸੀਜ਼। ਅਕਾਲ ਤਖਤ ਸਾਹਿਬ ਨੂੰ ਨਹੀਂ ਬਖਸ਼ਿਆ ਗਿਆ। ਆਮ ਆਦਮੀ ਪਾਰਟੀ ਨੂੰ 2015 ਜੁਆਇਨ ਕਰਨਾ ਮੇਰਾ ਇਹ ਪੋਲੀਟੀਕਲ ਬਲੰਡਰ ਸੀਗਾ, ਮੇਰੇ ਤੋਂ ਗਲਤੀ ਹੋਈ ਆ। ਮੈਂ ਉਹਦੀ ਗੱਲਾਂ ਵਿੱਚ ਆਣ ਕੇ ਉਸ ਨੂੰ ਇਹ ਸਮਝ ਕੇ ਵਾਕਈ ਦੇਸ਼ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਕੁਆਲਿਟੇਟਿਵ ਚੇਂਜ ਲਿਆਉਣਗੇ ਪੋਲੀਟੀਕਲ ਕਲਚਰ ਵਿੱਚ। ਅਸੀਂ ਤਾਂ ਆਪਣੇ ਉਹਨੇ ਇਮਾਨਦਾਰੀ ਨਾਲ ਜੁਆਇਨ ਕੀਤਾ ਸੀਗਾ। ਉੱਥੇ ਜਾ ਕੇ ਪਤਾ ਲੱਗਿਆ ਕਿ ਇਹ ਡਬਲ ਫੈਸੇਟਡ ਪਰਸਨੈਲਿਟੀ ਆ, ਦੋਗਲੇ ਚਿਹਰੇ ਦੇ ਮਾਲਕ ਨੇ। ਕੰਪਲੀਟ ਡਿਕਟੇਟਰਸ਼ਿਪ ਹੈ। ਕਿਸੇ ਪਾਰਟੀ ਦੇ ਵਿੱਚ ਇੰਨੀ ਜ਼ਿਆਦਾ ਜਕੜ ਨਹੀਂ ਕਿ ਜਿੰਨੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ। ਖਹਿਰਾ ਨੇ ਜਿੱਥੇ ਇਸ ਵਾਰ ਸੀਐਮ ਕੈਪਟਨ ਦੇ ਸੋਲੇ ਗਾਏ ਤਾਂ ਕਦੇ ਆਪਣੀ ਹੁੰਦੀ ਆਮ ਆਦਮੀ ਪਾਰਟੀ ਨੂੰ ਇਹ ਰਾਸ ਨਾ ਆਇਆ ਅਤੇ ਸਵਾਲ ਚੁੱਕਦਿਆਂ ਖਹਿਰਾ ਨੂੰ ਮੌਕਾ ਪ੍ਰਸਤ ਦੱਸਿਆ। ਤੇ ਆਹ ਜਿਹੜੇ ਦਿਨ ਨੇ ਇਹ ਘੱਲੂਘਾਰਾ ਦਾ ਹਫਤਾ ਹੈ। ਇਹ ਜੂਨ ਦੇ ਇਸ ਹਫਤੇ 'ਚ ਹੀ ਦਰਬਾਰ ਸਾਹਿਬ ਤੇ ਬਲੂ ਸਟਾਰ ਆਪਰੇਸ਼ਨ ਹੋਇਆ ਸੀ। ਘੱਟੋ ਘੱਟ ਦਿਨ ਤਾਂ ਕੋਈ ਇੱਧਰ ਉੱਧਰ ਕਰ ਲੈਂਦੇ ਤੇ ਹੁਣ ਜਾ ਕੇ ਕੀ ਜਵਾਬ ਦੇਵੋਗੇ ਉੱਥੇ? ਤੇ ਪਰਮਜੀਤ ਕੌਰ ਖਾਲੜਾ ਜੀ ਜਿਨ੍ਹਾਂ ਨੂੰ ਇਹਨਾਂ ਨੇ ਖਡੂਰ ਸਾਹਿਬ ਤੋਂ ਲੜਾਈ ਸੀਗੀ ਟਿਕਟ, ਤੇ ਉਹਨਾਂ ਦੇ ਦਿਲ ਤੇ ਕੀ ਬੀਤੂਗੀ
ਕਿ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਦੇ ਉਹਨਾਂ ਦੇ ਕਾਤਲਾਂ ਦੇ ਨਾਲ ਤੁਸੀਂ ਜਾ ਕੇ ਉੱਥੇ ਹੱਥ ਮਿਲਾ ਲਿਆ ਤੇ ਖੜੇ ਸੀ, ਤੇ ਐਲਓਪੀ ਹੁੰਦੇ ਹੋਏ ਕਾਂਗਰਸ ਤੇ ਬੜੇ ਅਟੈਕ ਕਰਦੇ ਸੀ। ਕੀ ਹੁਣ ਰੇਤ ਮਾਫੀਆ ਠੀਕ ਹੋ ਗਿਆ? ਕੀ ਟਰਾਂਸਪੋर्ट ਮਾਫੀਆ ਬਿਲਕੁਲ ਸਹੀ ਹੈ? ਐਕਸਾਈਜ਼ ਮਾਫੀਆ ਖਤਮ ਹੋ ਗਿਆ? ਪਤਾ ਕੀ ਮੈਂ ਜ਼ਿਆਦਾ ਨਹੀਂ ਉਹਨੂੰ ਕਿਉਂਕਿ ਸਾਡੇ ਵੱਲੋਂ ਤਾਂ ਉਹ ਕਦੋਂ ਦੇ ਚਲੇ ਗਏ ਸੀਗੇ। ਉਹ ਚਲੇ ਗਏ ਅਸੀਂ ਤਾਂ ਸਪੀਕਰ ਸਾਹਿਬ ਨੂੰ ਲਿਖ ਕੇ ਦਿੱਤਾ ਹੋਇਆ ਕਿ ਇਹਨਾਂ ਦੀ ਜਿਹੜੀ ਹੈ ਉਹ ਮੈਂਬਰਸ਼ਿਪ ਕੈਂਸਲ ਕੀਤੀ ਜਾਵੇ। ਬਾਕੀ ਉਹ ਕਹਿੰਦੇ ਨੇ ਨਾ ਮੈਂ ਇੱਧਰ ਰਹਿ ਕੇ ਵੀ ਆਵਾਜ਼ਾਂ ਚੱਕਾਂਗਾ, ਇਹਦਾ ਮਤਲਬ ਇੱਧਰ ਵੀ ਹੁਣ ਲੜਨਗੇ ਆ ਕੇ। ਸੋ ਇਸ ਸੁਭਾਅ 'ਚ ਖੂਨ 'ਚ ਉਹਨਾਂ ਨੇ ਸ਼ਾਮਲ ਹੋਣ ਵਾਸਤੇ ਲੋਕੇਸ਼ਨ ਕਿਹੜੀ ਚੁਣੀ ਹੈ? ਹੈਲੀਪੈਡ ਦੇ ਕੋਲੇ। ਜਦੋਂ ਉਹਨਾਂ ਨੂੰ ਸ਼ਾਮਲ ਕਰਕੇ ਮੁੱਖ ਮੰਤਰੀ ਜਿਹੜਾ ਆਪਣੇ ਪਾਰਟੀ ਦੇ ਪ੍ਰਧਾਨ ਵੱਲ ਨੂੰ ਤੁਰ ਪਿਆ ਕਿ ਮੈਂ ਉੱਥੋਂ ਲੈ ਆਵਾਂ ਦੇਸ਼, ਤੇ ਕਿੱਧਰ ਗਈ ਖੁਦ ਮੁਖਤਾਰੀ? ਹੁਣ ਭਲੱਥ ਤੋਂ ਫੈਸਲੇ ਹੋਇਆ ਕਰਨਗੇ ਕਾਂਗਰਸ ਦੇ। ਸੋ ਜਦੋਂ ਵੀ ਉਹਨਾਂ ਨੇ ਝੂਠ ਬੋਲਣਾ ਹੁੰਦਾ ਉਦੋਂ ਅੰਗਰੇਜ਼ੀ 'ਚ ਬੋਲਦੇ ਤਾਂ ਕਿ ਘੱਟ ਲੋਕਾਂ ਨੂੰ ਸਮਝ ਆਵੇ। आपके लिए ये नई खबर है कि उन्होंने कांग्रेस ज्वाइन कर ली। वो एक सस्पेंडेड एमएलए थे, एक्सपेक्टेड था कि कांग्रेस को ज्वाइन करेंगे, आज नहीं तो कल उन्होंने ज्वाइन करना था। ये हमारे लिए कोई बहुत बड़ी खबर नहीं है। चले गए मैं तो लोग मुझे जवाब दे हमारे लिए, आम आदमी पार्टी के लिए, हमारी पार्टी के सभी साथियों के लिए पंजाब के मुद्दे ज्यादा जरूरी हैं। ऐसे अपॉर्चुनिस्ट लोग, मौका परस्त लोग, इन पर ना हम ज्यादा ध्यान देते हैं, ना इनकी बात करना पसंद करते हैं। हम पंजाब के मुद्दों की बात करना पसंद करते हैं। और कांग्रेस की आपने जहां तक बात करी, आज भी जैसा आम आदमी पार्टी ने इस प्रेस कॉन्फ्रेंस के माध्यम से मान साहब और मैंने कहने का प्रयास किया है। हालांकि सवाल चुकन वाले सिर्फ आम आदमी पार्टी ही नहीं, अकाली दल भी शामिल रहा ਅਤੇ ਅਕਾਲੀ ਦਲ ਨੇ ਖਹਿਰਾ ਬਹਾਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਹਾਂ ਤੇ ਨਿਸ਼ਾਨੇ ਸਾਧੇ ਅਤੇ ਦਲੀਲ ਦਿੱਤੀ ਕਿ ਦੋਹਾਂ ਦਾ ਸਾਂਝਾ ਖਾਤਾ ਚੱਲਦਾ ਹੈ। ਮੈਂ ਇੱਕ ਬਹੁਤ ਵੱਡਾ ਫਰਾਡ ਆ। ਦੂਜਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਾਂਝਾ ਖਾਤਾ ਹੈ, ਮੁਸ਼ਤਰਕਾ ਖਾਤਾ ਨਹੀਂ ਜ਼ਮੀਨ ਕਿ ਸਾਰੇ ਜਿੱਧਰ ਇੱਧਰ ਛਾਲ ਮਾਰੋ, ਇੱਧਰ ਕਿਦੋਂ ਮਰਜ਼ੀ ਵਾਹ ਲਓ, ਕਿਦੋਂ ਮਰਜ਼ੀ ਕਰ ਲਓ। ਮੁਸ਼ਤਰਕਾ ਖਾਤਾ ਹੈ ਤੇ ਸਾਰੇ ਸਹਿਮਤ ਹੈ, ਇੱਥੇ ਇਕੱਠੇ ਚੀਜ਼ਾਂ ਵਾਹੁੰਦੇ ਆ। ਮੈਂ ਤੁਹਾਡੇ ਸਾਹਮਣੇ ਹੈਰਾਨੀ ਦੀ ਗੱਲ ਹੈ, ਸੁਖਪਾਲ ਖਹਿਰਾ ਬੜੀ ਕਾਂਗਰਸ ਦੀ ਮਾੜੀ ਪਾਰਟੀ ਹੈ, ਕਾਂਗਰਸ ਛੱਡ ਕੇ ਆਮ ਆਦਮੀ ਚਲਾ ਗਿਆ, ਫਿਰ ਆਮ ਆਦਮੀ ਨੂੰ ਛੱਡ ਕੇ ਉਹ ਕਹਿੰਦਾ ਮੈਂ ਪੰਜਾਬ ਏਕਤਾ ਪਾਰਟੀ, ਫਿਰ ਐਮਪੀ ਲੜਿਆ। ਦੇਖੋ ਐਂਟੀ ਡਿਫੈਕਸ਼ਨ ਲਾਅ ਦੀਆਂ ਧੱਜੀਆਂ ਜੋ ਇਹਨਾਂ ਨੇ ਲਾਈਆਂ ਕੋਈ ਲਾ ਨਹੀਂ ਸਕਦਾ। ਐਮਪੀ ਲੜ ਗਿਆ, ਉਹਨੂੰ ਜੇ ਬੰਦਾ ਲੜ ਜਾਂਦਾ ਇੱਕ ਵਾਰ ਪਾਣੀ ਤੁਹਾਨੂੰ ਪ੍ਰੂਫ ਕਰਨ ਦੀ ਲੋੜ ਹੀ ਨਹੀਂ। ਉਹਦੇ ਬਾਅਦ ਵਾਪਸ ਕਾਂਗਰਸ ਉਵੇਂ ਹੀ ਮਾਨਸਈਆ ਆਇਆ, ਕਾਂਗਰਸ ਚਲੇ ਗਿਆ, ਆਪ ਚਲ ਗਿਆ, ਵਾਪਸ ਕਾਂਗਰਸ ਆਇਆ। ਕੋਈ ਨਾ ਆਪ ਬੋਲਿਆ ਤੇ ਨਾ ਕਾਂਗਰਸ ਬੋਲੀ। ਉਹਦੇ ਬਾਅਦ ਸੰਦੋਹਾ ਉਹ ਵੀ ਕਾਂਗਰਸ ਚਲਾ ਗਿਆ, ਫਿਰ ਵਾਪਸ ਆ ਗਿਆ। ਜਿਵੇਂ ਸ਼ਾਮ ਨੂੰ ਗਿਆ, ਸ਼ਾਮ ਨੂੰ ਅਗਲੇ ਗਿਆ, ਨਾ ਕੋਈ ਪ੍ਰੋਟੈਸਟ ਕਾਂਗਰਸ ਤਰਫੋਂ ਵੀ। ਸੰਦੋਏ ਤੇ ਤਾਂ ਸਪੀਕਰ ਆਪ ਸੀ, ਨਾਲ ਜੁਆਇਨ ਕਰਾਉਣ ਵਾਸਤੇ ਆਪ ਸੀ। ਹੁਣ ਮਾਸਟਰ ਬਲਦੇਵ ਸਿੰਘ ਵੀ ਲੰਬਾ ਸਫ਼ਰ ਏਕਤਾ ਪਾਰਟੀ ਕਰ ਕਰਕੇ ਜਿੰਨੇ ਕਾਂਗਰਸ ਦੇ ਆਪ ਵਾਲੇ ਹੈ, ਸਾਨੂੰ ਐ ਨਹੀਂ ਪਤਾ ਲੱਗਦਾ ਕਿ ਇਹ ਆਪੋਜੀਸ਼ਨ ਪਾਰਟੀ ਹੈ ਕਿ ਜੁਆਇੰਟ ਪਾਰਟੀ ਹੈ। ਦੇਖੋ ਅਸੀਂ ਪਹਿਲੇ ਵੀ ਕਿਹਾ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਇੱਕੋ ਹੀ ਕੜੀ ਹੈ। ਤੁਸੀਂ ਦੇਖਿਆ ਹੋਣਾ ਦਿੱਲੀ ਵੀ ਇਕੱਠੀ ਸਰਕਾਰ ਬਣਾਈ ਸੀ ਇਹਨਾਂ ਨੇ, ਆ ਵੀ ਆਪੋਜੀਸ਼ਨ ਦਾ ਡਰਾਮਾ ਪਿਛਲੀ ਵਾਰ ਕੀਤਾ ਆ ਸਾਡੇ ਖਿਲਾਫ। ਹੁਣ ਵੀ ਨਾ ਆਮ ਆਦਮੀ ਪਾਰਟੀ ਦਾ ਬਿਆਨ ਸੁਣ ਲਓ, ਉਹ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੈ, ਕਾਂਗਰਸ ਦਾ ਵੀ ਬਿਆਨ ਕਿਤੇ ਤੁਸੀਂ ਸੁਣਿਆ ਆਮ ਆਦਮੀ ਪਾਰਟੀ ਕਾਂਗਰਸ ਦੇ ਖਿਲਾਫ। ਹੁਣ ਆ ਐਡਾ ਵੱਡਾ ਮੁੱਦਾ ਹੈ, ਆ ਵੈਕਸੀਨ ਦਾ ਮੁੱਦਾ ਹੈ। ਮੈਂ ਆਮ ਆਦਮੀ ਪਾਰਟੀ ਨੂੰ ਬੋਲਦਾ ਨਾ ਹੁਣ ਚੁੱਪ ਕਿਉਂ? ਤੁਹਾਡਾ ਹੀ ਸਾਥੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੁੱਟ ਰਿਹਾ ਹੈ। ਖੈਰ ਖਹਿਰਾ ਦੀ ਕਾਂਗਰਸ ਵਾਪਸੀ ਨੇ 2022 ਨੂੰ ਲੈ ਕੇ ਪੰਜਾਬ ਦੀ ਸਿਆਸੀ ਹਵਾ 'ਚ ਨਵਾਂ ਭਾਂਬੜ ਮਚਾ ਦਿੱਤਾ ਹੈ ਅਤੇ ਸਵਾਲ ਕਈ ਖੜੇ ਕਰ ਦਿੱਤੇ ਨੇ। ਸਵਾਲ ਇਹ ਕਿ ਖਹਿਰਾ ਜ਼ਰੂਰੀ ਜਾਂ ਮਜਬੂਰੀ? ਸਵਾਲ ਇਹ ਕਿ ਖਹਿਰਾ ਪੂਰਾ ਕਰਨਗੇ ਫਾਰਮੂਲਾ 44? ਪਰ ਸਭ ਤੋਂ ਵੱਡਾ ਸਵਾਲ ਇਹ ਕਿ ਖਹਿਰਾ 2022 ਦੀ ਨਵੀਂ ਚਾਲ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼, ਪੰਜਾਬ। ਸੋ ਸੁਖਪਾਲ ਖਹਿਰਾ ਲਗਾਤਾਰ ਨਿਸ਼ਾਨੇ ਦੇ ਉੱਤੇ ਨੇ ਕਿ ਵਿਰੋਧੀ ਪੁੱਛ ਰਹੇ ਨੇ ਕਿ ਆਖਰ ਹੁਣ ਜੋ ਫੈਡਰਲਿਜ਼ਮ ਦੀਆਂ ਗੱਲਾਂ ਹੋ ਰਹੀਆਂ ਸੀ ਉਹ ਕਿੱਥੇ ਗਈਆਂ ਨੇ। ਸਾਡੇ ਨਾਲ ਖਾਸ ਮਹਿਮਾਨ ਜੋੜੇ ਨੇ ਬਲਵਿੰਦਰ ਸਿੰਘ ਲਾਡੀ ਜੀ ਨੇ, ਕਾਂਗਰਸ ਤੋਂ ਵਿਧਾਇਕ ਨੇ, ਦੀਵਾਨ ਅਮਿਤ ਅਰੋੜਾ ਜੀ ਬੀਜੇਪੀ ਤੋਂ, ਵਿਰਸਾ ਸਿੰਘ ਵਲਟੋਹਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਇਸ ਤੋਂ ਇਲਾਵਾ ਨੀਲ ਗਰਗ ਜੀ ਨੇ ਆਮ ਆਦਮੀ ਪਾਰਟੀ ਤੋਂ, ਤੇ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਸਿਆਸੀ
ਮਾਹਰ ਦੇ ਤੌਰ ਤੇ ਸਾਡੇ ਨਾਲ ਜੁੜਦੇ ਹੋ। ਤਮਾਮ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਗਰਗ ਸਾਹਿਬ, ਮੈਂ ਤੁਹਾਡੇ ਤੋਂ ਸ਼ੁਰੂਆਤ ਕਰੂੰਗਾ ਕਿਉਂਕਿ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਖਹਿਰਾ ਸਾਹਿਬ। ਖੁਦ ਮੁਖਤਿਆਰੀ ਦੀ ਗੱਲ ਹੁੰਦੀ ਰਹੀ ਹੈ ਤੇ ਹੁਣ ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ 'ਚ ਜਾਣਾ ਮੇਰੀ ਬਹੁਤ ਵੱਡੀ ਗਲਤੀ ਸੀ। ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਕਿ ਉਹ ਡਿਕਟੇਟਰਸ਼ਿਪ ਕਰਦੇ ਸੀ ਤੇ ਜਿਸ ਪੱਧਰ ਤੇ ਉਹ ਕਰਦੇ ਨੇ ਹੋਰ ਕੋਈ ਪਾਰਟੀ ਨਹੀਂ ਕਰਦੀ, ਇਸੇ ਲਈ ਉਹ ਛੱਡ ਕੇ ਹੁਣ ਕਾਂਗਰਸ 'ਚ ਆ ਗਏ ਨੇ ਜੀ। ਕੁਲਵਿੰਦਰ ਜੀ, ਗਲਤੀ ਖਹਿਰੇ ਦੀ ਨਹੀਂ ਸੀ, ਗਲਤੀ ਆਮ ਆਦਮੀ ਪਾਰਟੀ ਦੀ ਸੀ। ਮੈਨੂੰ ਅੱਜ ਵੀ ਯਾਦ ਹੈ, ਮੇਰੇ ਕੋਲ ਟਵੀਟ ਪਿਆ ਹੈਗਾ, ਪਰ ਮੈਂ ਫੋਨ ਕਿਉਂਕਿ ਡਿਬੇਟ ਲਈ ਲਗਾਇਆ ਹੋਇਆ, ਮੈਂ ਤੁਹਾਨੂੰ ਭੇਜ ਵੀ ਦਿਆਂਗਾ। ਜਿਸ ਦਿਨ ਇਸ ਨੂੰ ਜੁਆਇਨ ਕਰਵਾਇਆ ਜਾ ਰਿਹਾ ਸੀ ਉਸੇ ਦਿਨ ਇੱਕ ਟਵੀਟ ਆਇਆ ਸੀ ਜਿਸ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਬਹੁਤ ਵੱਡੀ ਗਲਤੀ ਕਰ ਰਹੀ ਹੈ, ਉਹਦਾ ਪਛਤਾਵਾ ਸਾਨੂੰ ਅੱਜ ਹੁੰਦਾ ਹੈਗਾ। ਔਰ ਤੁਸੀਂ ਦੇਖੋ, ਤੁਹਾਡੇ ਕੋਲੇ ਬਹੁਤ ਸਾਰੀਆਂ ਇਹਨਾਂ ਦੀਆਂ ਇਦਾਂ ਦੀਆਂ ਵੀਡੀਓ ਪਈਆਂ ਹੋਣਗੀਆਂ ਨੇ, 3-4 ਵੀਡੀਓ ਪਬਲਿਕ ਡੋਮੇਨ ਦੇ ਵਿੱਚ ਹੈ। ਜਦੋਂ ਹੀ ਇਹ ਪਾਰਟੀ ਚੇਂਜ ਕਰਦੇ ਆ, ਹੂ ਵਰਡਿੰਗ ਜਿਹੜੀ ਆ ਉਹ ਸੇਮ ਹੀ ਹੁੰਦੀ ਆ। ਔਰ ਇਹ ਅਕਸਰ ਜਦੋਂ ਇਹਨਾਂ ਨੇ ਬਠਿੰਡੇ ਦੇ ਵਿੱਚ ਕਨਵੈਨਸ਼ਨ ਕੀਤੀ ਸੀ, ਜਿਹਨੂੰ ਇਹ ਬਹੁਤ ਸਕਸੈਸਫੁਲ ਕਨਵੈਨਸ਼ਨ ਕਹਿੰਦੇ ਸੀ, ਜਿਹਦੇ ਕਹਿੰਦੇ ਸੀ ਕਿ 90% ਜਿਹੜਾ ਪੰਜਾਬ ਆ ਉਹ ਖਹਿਰੇ ਦੇ ਨਾਲ ਆ, ਉੱਥੇ ਇਹਨਾਂ ਨੇ ਖੁਦ ਮੁਖਤਿਆਰੀ ਦਾ ਮੁੱਦਾ ਬੜੀ ਵੱਡੇ ਜਾਣੀ ਕਿ ਪੱਧਰ ਦੇ ਉੱਤੇ ਚੁੱਕਿਆ ਸੀ। ਤੇ ਉਦੋਂ ਅਸੀਂ ਆਖਿਆ ਸੀ ਕਿ ਨੈਸ਼ਨਲ ਪਾਰਟੀ ਹੈ, ਨੈਸ਼ਨਲ ਪਾਰਟੀਆਂ ਦੇ ਫੈਸਲੇ ਜਾਣੀ ਕਿ ਜਿੱਥੇ ਉਹਨਾਂ ਦਾ ਹੈੱਡ ਆਫਿਸ ਹੁੰਦਾ ਉੱਥੋਂ ਸਾਰਿਆਂ ਦੇ ਮਿਲ ਜੁਲ ਕੇ ਹੁੰਦੇ ਆ। ਪਰ ਇਹਨਾਂ ਨੇ ਬੜੇ ਭਾਵਨਾਤਮਕ ਤੌਰ ਤੇ ਜਿਹੜਾ ਹੈਗਾ ਬਿਆਨ ਦਿੱਤੇ ਤੇ ਸਾਡੇ ਜਾਣੀ ਕਿ ਬਹੁਤ ਸਾਰੇ ਪੰਜਾਬੀਆਂ ਨੂੰ ਗੁੰਮਰਾਹ ਵੀ ਕੀਤਾ। ਅੱਜ ਉਹ ਬਿੱਲੀ ਥੱਲੇ ਚੋਂ ਬਾਹਰ ਆ ਗਈ ਹੈ। ਅੱਜ ਸਾਰਿਆਂ ਨੂੰ ਪਤਾ, ਇਹਨਾਂ ਨੂੰ ਖਹਿਰਾ ਸਾਹਿਬ ਨੂੰ ਕੋਈ ਪੁੱਛਣਾ ਮੈਂ ਚਾਹਣਾ ਤੁਹਾਡੇ ਚੈਨਲ ਦੇ ਮਾਰਫਤ ਕਿ ਅੱਜ ਖੁਦ ਮੁਖਤਿਆਰੀ ਮਿਲ ਗਈ ਕਿ ਹੁਣ ਜਿਹੜੇ ਰਾਹੁਲ ਗਾਂਧੀ ਆ ਉਹ ਭਲੱਥ ਦੇ ਵਿੱਚ ਆ ਕੇ ਫੈਸਲਾ ਕਰਿਆ ਕਰਨਗੇ। ਔਰ ਦੂਸਰੀ ਗੱਲ, ਸਾਰਿਆਂ ਤੋਂ ਵੱਡਾ ਧੋਖਾ ਇਹਨੇ ਬੀਬੀ ਖਾਲੜਾ ਨਾਲ ਕੀਤਾ। ਜਸਵੰਤ ਸਿੰਘ ਖਾਲੜਾ ਜੋ ਸ਼ਹੀਦ ਹੋਏ, ਜਿਹੜੀ ਪਾਰਟੀ ਦੇ ਉੱਤੇ ਇਹ ਇਲਜ਼ਾਮ ਹੈਗਾ, ਔਰ 2019 ਦੇ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਕਿਹੋ ਜਿਹੀਆਂ ਤਕਰੀਰਾਂ ਕੀਤੀਆਂ ਕਿ ਅੱਜ ਬੀਬੀ ਖਾਲੜਾ ਨੂੰ ਇਨਸਾਫ ਇਹਨਾਂ ਨੇ ਦਿਲਵਾਤਾ। ਔਰ 27 ਅਗਸਤ 2018 ਨੂੰ ਜਦੋਂ ਵਿਧਾਨ ਸਭਾ ਦੇ ਵਿੱਚ ਲਾਈਵ ਸੈਸ਼ਨ ਹੋਇਆ ਸੀ ਬਰਗਾੜੀ ਮੁੱਦੇ ਦੇ ਉੱਤੇ, ਉਸ ਤੋਂ ਬਾਅਦ ਆ ਕੇ ਜਿਸ ਤਰੀਕੇ ਦੀ ਇਹਨਾਂ ਨੇ ਬਰਗਾੜੀ ਦੇ ਵਿੱਚ ਸਿਆਸਤ ਕੀਤੀ ਔਰ ਧਾਰਮਿਕ ਭਾਵਨਾਵਾਂ ਭੜਕਾ ਕੇ ਆਪਣਾ ਪੋਲੀਟੀਕਲ ਜਿਹੜਾ ਹੈਗਾ ਬੈਨੀਫਿਟ ਲੈਣ ਦੀ ਕੋਸ਼ਿਸ਼ ਕੀਤੀ, ਅੱਜ ਕੀ ਬਰਗਾੜੀ ਦੇ ਮੁੱਦੇ ਦੇ ਉੱਤੇ ਸੰਗਤ ਨੂੰ ਇਨਸਾਫ ਮਿਲ ਗਿਆ। ਔਰ ਸਾਰਿਆਂ ਤੋਂ ਮਾੜੀ ਗੱਲ ਤਾਂ ਇਹ ਹੈਗੀ ਹੈ, ਉਹ ਪਾਰਟੀ ਜਿਹੜੀ ਖਹਿਰਾ ਸਾਹਿਬ ਆਪ ਤਾਂ ਗਏ, ਤੁਹਾਡੇ ਦੋ ਹੋਰ ਸਾਥੀਆਂ ਨੂੰ ਵੀ ਲੈ ਗਏ। ਇੱਕ ਵੱਡਾ ਸਵਾਲ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਤੇ ਲਾਇਆ ਹੈ ਕਿ ਤੁਹਾਡਾ ਜਿੰਨੇ ਵੀ ਤੁਹਾਡੇ ਵਿਧਾਇਕ ਨੇ ਕਾਂਗਰਸ 'ਚ ਜਾਂਦੇ ਨੇ, ਮੁੜ ਕੇ ਆਮ ਆਦਮੀ ਪਾਰਟੀ ਜਾਂਦੇ ਨੇ, ਫਿਰ ਕਾਂਗਰਸ ਵਿੱਚ ਚਲੇ ਜਾਂਦੇ ਨੇ। ਉਹ ਕਹਿੰਦੇ ਆਪਸ ਵਿੱਚ ਮਿਲ ਕੇ ਖੇਡ ਚੱਲ ਰਹੀ ਹੈ ਸਾਰੀ। ਕੁਲਵਿੰਦਰ ਜੀ, ਪੂਰਾ ਪੰਜਾਬ ਜਾਣਦਾ 2017 ਦੇ ਵਿੱਚ ਲੋਕ ਗਲਤੀ ਖਾ ਗਏ, ਇਹਨਾਂ ਤੋਂ ਧੋਖਾ ਖਾ ਗਏ। ਅਕਾਲੀ ਅਤੇ ਕਾਂਗਰਸ ਇੱਕੋ ਹੀ ਹੈ, ਇਹ ਅਸੀਂ ਨਹੀਂ ਕਹਿੰਦੇ। ਕਾਂਗਰਸ ਦੇ ਬਹੁਤ ਸਾਰੇ ਐਮਐਲਏ ਜਿਹੜਾ ਇਹਨਾਂ ਦਾ ਇਸ ਟਾਈਮ ਗੁੱਥਮ ਗੁੱਥਾ ਵੀ ਹੋਏ ਨੇ, ਜਿਸ ਵਾਸਤੇ ਇਹ ਦਿੱਲੀ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਨੇ। ਇਹਨਾਂ ਦੇ ਆਪਣੇ ਇਲਜ਼ਾਮ, ਚਾਹੇ ਉਹ ਪ੍ਰਗਟ ਸਿੰਘ ਹੋ ਰਹੀ ਹੈ, ਚਾਹੇ ਸੁਰਜੀਤ ਧੀਮਾਨ ਜੀ ਨੇ, ਚਾਹੇ ਨਵਜੋਤ ਸਿੱਧੂ ਨੇ, ਸਾਰੇ ਇਹਨਾਂ ਦੇ ਐਮਐਲਏ ਜਾਂ ਪ੍ਰਤਾਪ ਬਾਜਵਾ ਨੇ ਐਮਪੀ ਇਹਨਾਂ ਦੇ, ਉਹ ਇਲਜ਼ਾਮ ਲਗਾਉਂਦੇ ਨੇ ਕਿ ਇਹ ਅਕਾਲੀਆਂ ਦੀ ਬਾਦਲ ਦੀ ਸਰਕਾਰ ਚੱਲ ਰਹੀ ਹੈ। ਸਾਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ, ਪੰਜਾਬ ਦੇ ਸਾਰੇ ਲੋਕ ਜਾਣਦੇ ਹੈਗੇ ਔਰ ਸਾਰਿਆਂ ਨੂੰ ਪਤਾ ਹੈਗਾ। ਜੇ ਖਹਿਰੇ ਬਾਰੇ ਵੀ ਜਾਂ ਬਾਕੀ ਐਮਐਲਏ ਉਹ ਕਹਿੰਦੇ ਨੇ ਵਿਧਾਇਕ ਤਾਂ ਤੁਹਾਡੇ ਸ਼ਾਮਲ ਹੋਈ ਜਾ ਰਹੇ ਨੇ, ਵਾਰ-ਵਾਰ ਕਦੇ ਉਹਨਾਂ ਕੋਲ ਜਾ ਰਹੇ ਨੇ, ਤੁਸੀਂ ਵੀ ਰੱਖ ਰਹੇ ਹੋ, ਉਹ ਵੀ ਰੱਖੀ ਜਾ ਰਹੇ ਨੇ, ਦੋਵੇਂ ਆਪਸ ਵਿੱਚ ਮਿਲ ਕੇ ਖੇਡੀ ਜਾ ਰਹੇ ਹੋ। ਜੀ ਅਸੀਂ ਤੇ ਬਾਰ-ਬਾਰ ਜਿਹੜਾ ਹੈਗਾ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ, ਪਰ ਸਪੀਕਰ ਸਾਹਿਬ ਨੇ ਜਿਸ ਤਰੀਕੇ ਨਾਲ ਸੰਵਿਧਾਨ ਦੀਆਂ ਆਪਣੀਆਂ ਸ਼ਕਤੀਆਂ ਦੀਆਂ ਧੱਜੀਆਂ ਉਡਾਈਆਂ, ਔਰ ਇਹ ਜਿਹਾ ਸਬੂਤ ਮੈਨੂੰ ਲੱਗਦਾ ਇਹੋ ਕਿਤੇ ਐਗਜ਼ਾਮਪਲ ਜਿਹੜੀ ਆ ਪੂਰੇ ਹਿੰਦੁਸਤਾਨ ਦੇ ਵਿੱਚ ਕਿਤੇ ਨਹੀਂ ਮਿਲਦੀ ਹੈਗੀ। ਔਰ ਜੇ ਅਕਾਲੀ ਦਲ ਨੂੰ ਇੰਨੀ ਤਕਲੀਫ ਹੈ, ਇਹਨਾਂ ਨੂੰ ਇਹ ਲੱਗਦਾ ਹੈਗਾ ਕਿ ਮਿਲ ਕੇ ਖੇਡ ਰਹੇ ਨੇ, ਅਸੀਂ ਤੇ ਲਗਾਤਾਰ ਸਪੀਕਰ ਸਾਹਿਬ ਨੂੰ ਲਿਖ ਰਹੇ ਸੀ, ਫਿਰ ਕਿਉਂ ਨਹੀਂ ਅਕਾਲੀ ਦਲ ਕੋਰਟ ਦੇ ਵਿੱਚ ਚਲਾ ਜਾਂਦਾ? ਅਕਾਲੀ ਦਲ ਇਹਨਾਂ ਦੀ ਮੈਂਬਰਸ਼ਿਪ ਖਾਰਜ ਕਰਵਾਉਂਦਾ। ਲਾਡੀ ਜੀ, ਇੱਕ ਪਾਸੇ ਤੁਹਾਡਾ ਕਲੇਸ਼ ਜਾਰੀ ਸੀ ਤੇ ਇਹ ਕਿਹਾ ਜਾ ਰਿਹਾ ਹੈ ਕਿ ਉਸ ਕਲੇਸ਼ ਦੀ ਸਪੇਸ ਭਰਨ ਨੂੰ ਲਈ ਹੁਣ ਖਹਿਰਾ ਸਾਹਿਬ ਨੂੰ ਵੀ ਕਾਹਲ ਪੈ ਗਈ, ਉਹ ਵੀ ਤੁਹਾਡੇ ਕੋਲ ਪਹੁੰਚ ਗਏ ਤੇ ਮੁੱਖ ਮੰਤਰੀ ਨੇ ਵੀ ਦੇਰ ਨਹੀਂ ਲਾਈ। ਤੇ ਦੂਜੀ ਵੱਡੇ ਇਲਜ਼ਾਮ ਤੁਹਾਡੇ ਤੇ ਇਹ ਨੇ ਕਿ ਦੇਖੋ ਇੰਨਾ ਚਿਰ ਹੋ ਗਿਆ, ਉਹਨਾਂ ਨੇ ਛੱਡ ਕੇ ਵੱਖਰੀ ਪਾਰਟੀ ਵੀ ਬਣਾ ਲਈ, ਅਸਤੀਫੇ ਵੀ ਭੇਜੀ ਰੱਖੇ, ਪਰ ਤੁਹਾਡੀ ਇੰਨੀ ਚੰਗੀ ਸੈਟਿੰਗ ਸੀ ਕਿ ਨਾ ਤਾਂ ਅਸਤੀਫੇ ਮਨਜ਼ੂਰ ਹੋਏ, ਹੁਣ ਤੁਸੀਂ ਆਪਸ ਵਿੱਚ ਬੁਲਾ ਲਿਆ ਉਹਨਾਂ ਨੂੰ ਤੇ ਆਪਣਾ ਸਾਥੀ ਬਣਾ ਲਿਆ। ਦੇਖੋ ਗੱਲ ਇਹ ਹੈ ਕਿ ਭਾਈ ਸਾਹਿਬ ਗੱਲ ਕਰ ਰਹੇ ਸੀ ਕਿ ਖਹਿਰਾ ਸਾਹਿਬ ਉਹਨਾਂ ਦਾ ਪਿਛੋਕੜ ਸਿਰਫ ਕਾਂਗਰਸ ਦੇ ਨਾਲ ਹੀ ਆ। ਇਹ ਥੋੜਾ ਜਿਹਾ ਮਨਮਟਾਉਤੇ ਦੇ ਨਾਲ ਜਿਹੜਾ ਉਹ ਬਾਹਰ ਗਏ, ਕੇਜਰੀਵਾਲ ਦੀਆਂ ਗੱਲਾਂ 'ਚ ਆਏ। ਸੋ ਕੇਜਰੀਵਾਲ ਨੇ ਬੜੇ ਸੁਪਨੇ ਸਾਰੇ ਹਿੰਦੁਸਤਾਨ ਨੂੰ ਵਿਖਾਏ। ਸੋ ਜਿਹੜੀ ਦਿੱਲੀ ਦੇ ਵਿੱਚ ਉਹ ਸਰਕਾਰ ਚਲਾ ਰਹੇ ਨੇ, ਜੋ ਪੰਜਾਬ ਦੇ ਲੋਕ ਸੀ, ਜੋ ਪੰਜਾਬੀਆਂ ਨਾਲ ਉਹਨਾਂ ਨੇ ਕੀਤਾ, ਔਰ ਪੰਜਾਬੀਆਂ ਨੇ ਉਹਨਾਂ ਨੂੰ ਜਿੱਥੋਂ ਆਏ ਸੀ ਉੱਥੇ ਭੇਜ ਦਿੱਤਾ। ਸੋ ਖਹਿਰਾ ਭੁਲੇਖੇ 'ਚ ਰਹਿ ਗਏ ਸੀ ਕਿ ਸ਼ਾਇਦ ਕੇਜਰੀਵਾਲ ਸਾਹਿਬ ਜੋ ਕਹਿੰਦੇ ਨੇ ਉਹ ਸੱਚ ਹੈ, ਪਰ ਅੱਜ ਉਹਨਾਂ ਦੀ ਸਟੇਟਮੈਂਟ ਤੁਸੀਂ ਦੇਖੋ, ਖਹਿਰਾ ਸਾਹਿਬ ਨੇ ਔਰ ਉਹਨਾਂ ਦੇ ਸਾਥੀ ਜਿਹੜੇ ਨਾਲ ਜਗਦੇਵ ਸਿੰਘ ਨੇ, ਪਰਮਲਜੀਤ ਸਿੰਘ ਖਾਲਸਾ ਜੀ ਨੇ, ਉਹਨਾਂ ਨੇ ਕਿਹਾ ਕਿ ਅਸੀਂ ਭੁਲੇਖੇ 'ਚ ਆ ਕੇ ਕੀਤਾ ਔਰ ਬੱਜਰ ਗਲਤੀ ਕੀਤੀ ਆਪਾਂ। ਸੋ ਆਪਣੀ
ਵਾਪਸ ਕਾਂਗਰਸ ਪਾਰਟੀ ਤੋਂ ਵਿੱਚ ਚੋਣ ਅਸੀਂ ਲੜ ਕੇ join ਹੋਏ, ਆਪਣੇ ਮਤਲਬ ਘਰ ਭੁਲੇਖੇ ਵਾਪਸੀ ਭੁਲੇਖੇ ਚ ਕੀਤੀ ਹੈ। ਵਿਧਾਇਕ ਬਣ ਕੇ ਲਾਡੀ ਅਸੀਂ ਜੀ ਹੋ। ਖਹਿਰਾ ਸਾਹਿਬ ਔਰ ਉਹਨਾਂ ਦੇ ਤੁਹਾਡੇ ਤੇ ਇੱਕ ਵੱਡਾ ਸਵਾਲ ਇਹ ਹੈ ਕਿ ਤੁਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਿਉਂ ਨਹੀਂ ਕੀਤੀ ਗਈ? ਤੁਹਾਡੀ ਸੈਟਿੰਗ, ਤੁਹਾਡੇ ਤੇ ਇਲਜ਼ਾਮ ਇਹ ਹੈ ਕਿ ਸ਼ੁਰੂ ਤੋਂ ਤੁਸੀਂ ਮਿਲ ਕੇ ਖੇਡ ਰਹੇ ਸੀ। ਇਹਦਾ ਇਲਜ਼ਾਮ ਦਿਓ ਕਿ ਜਦੋਂ ਸਪੀਕਰ ਦੇ ਕੋਲ ਅਸਤੀਫੇ ਪਹੁੰਚ ਚੁੱਕੇ ਸੀ ਤਾਂ ਹਾਲੇ ਤੱਕ ਉਹ ਮਨਜ਼ੂਰ ਕਿਉਂ ਨਹੀਂ ਸੀ ਹੋਏ? ਇਹੀ ਗੇਟ ਚੱਲ ਰਹੀ ਸੀ ਕਿ ਆਖਰ ਦੇ ਵਿੱਚ 2022 ਤੋਂ ਪਹਿਲਾਂ ਖਹਿਰਾ ਸਾਹਿਬ ਨੂੰ ਸੱਦ ਲਾਂਗੇ। ਇਸ ਤਰ੍ਹਾਂ ਹੈ ਜੀ, ਜਦੋਂ ਇਹਨਾਂ ਦਾ ਸਪੀਕਰ ਸਾਹਿਬ ਨੂੰ ਖੈਰੇ ਸਾਹਿਬ ਦਾ ਗਿਆ ਸੀ, ਆਪਣਾ ਅਸਤੀਫਾ ਗਿਆ ਸੀ, ਉਹਨਾਂ ਨੇ ਇਹਨਾਂ ਨੂੰ ਬੁਲਾ ਕੇ ਵੀ ਪੁੱਛਿਆ ਸੀ। ਉਸ ਤੋਂ ਬਾਅਦ ਇਹ ਸਹਿਮਤੀ ਹੋ ਗਈ ਸੀ ਕਿ ਉਹ ਜਿਹੜਾ ਇਹ ਭੁਲੇਖੇ ਦੇ ਵਿੱਚ ਗਲਤੀ ਦੇ ਨਾਲ ਜਿਹੜਾ ਇਹਨਾਂ ਨੇ ਅਸਤੀਫਾ ਭੇਜਿਆ ਸੀ, ਉਹਨਾਂ ਨੇ ਭੁਲੇਖੇ ਦੇ ਵਿੱਚ ਭੇਜਿਆ ਹੈਗਾ। ਬਲਟੋਆ ਸਾਹਿਬ, ਭੁਲੇਖੇ ਦੇ ਵਿੱਚ ਅਸਤੀਫੇ ਭੇਜੇ ਗਏ ਨੇ। ਖਹਿਰਾ ਸਾਹਿਬ ਕਹਿ ਰਹੇ ਨੇ ਕਿ ਮੇਰੇ ਤੋਂ ਗਲਤੀ ਹੋਈ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ, ਤੇ ਹੁਣ ਮੈਂ ਜਦੋਂ ਆਪਣੇ ਸਾਥੀਆਂ ਦੇ ਨਾਲ ਇੱਕ ਹੋਰ ਉਹਨਾਂ ਦਾ ਫੇਸਬੁੱਕ ਤੇ ਵੀਡੀਓ ਆਇਆ, ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਕਈ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੈਨੂੰ ਇਹ ਸਲਾਹ ਦਿੱਤੀ ਕਿ ਜੇਕਰ ਆਪਣੀ ਰੈਲੀਵੈਂਸ ਰੱਖਣੀ ਹੈ ਪੋਲਿਟਿਕਸ ਦੇ ਵਿੱਚ ਤਾਂ ਤੁਹਾਨੂੰ ਇੱਕ ਚੰਗੀ ਥਾਂ ਦੇ ਉੱਤੇ ਜਾਣਾ ਚਾਹੀਦਾ, ਇੱਕ ਹੋਰ ਪਾਰਟੀ ਦੇ ਵਿੱਚ ਜਾਣਾ ਚਾਹੀਦਾ ਜਿਸ ਦਾ ਆਧਾਰ ਹੋਵੇ। ਜੇਕਰ ਉਹ ਚਲੇ ਗਏ ਨੇ ਤਾਂ ਫਿਰ ਅਕਾਲੀ ਦਲ ਨੂੰ ਕੀ ਦਿੱਕਤ ਹੈ? ਪੁਰਾਣੇ ਕਾਂਗਰਸੀ ਰਹੇ ਨੇ ਉਹ। ਕੁਲਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਬੜਾ ਦੁਖਦਾਈ ਹਫ਼ਤਾ ਗੁਜ਼ਰਿਆ ਹੈ, ਘੱਲੂਘਾਰੇ ਦੇ ਦਿਨ ਨੇ, ਤੇ ਹਰੇਕ ਨੂੰ ਉਸ ਵਾਪਰੇ ਵਰਤਾਰੇ ਦੀ ਪੀੜਾ ਆ। ਤੇ ਮੈਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਜਿਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਹਦੂਦ ਦੇ ਅੰਦਰ ਉਸ ਜ਼ਾਲਮ ਸਰਕਾਰ ਦੇ ਜ਼ੁਲਮ ਦੇ ਕਾਰਨ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ। ਔਰ ਜਿੱਥੋਂ ਤੱਕ ਕਿਸੇ ਵੀ ਰਾਜਨੀਤਿਕ ਵਿਅਕਤੀ ਦੀ ਰਾਜਨੀਤੀ ਦਾ ਸਵਾਲ ਹੈ, ਉਹਨੇ ਕਿੱਧਰ ਜਾਣਾ ਆ, ਕੀ ਕਰਨਾ, ਇਹ ਉਹਦੀ ਮਰਜ਼ੀ ਹੈ, ਉਹਦਾ ਅਧਿਕਾਰ ਹੈ। ਇਹਦੇ ਵਾਸਤੇ ਸਾਡਾ ਸੰਵਿਧਾਨ ਵੀ ਖੁੱਲ੍ਹ ਦਿੰਦਾ ਹੈ ਤੇ ਸਾਡੀ ਰਾਜਨੀਤੀ ਵੀ ਖੁੱਲ੍ਹ ਦਿੰਦੀ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਹੜੀ ਸਿਧਾਂਤਕ ਰਾਜਨੀਤੀ ਕਰਨ ਦੀ ਗੱਲ ਕਰਦੇ ਨੇ, ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਤੇ ਜਿਵੇਂ ਹੁਣ ਕਹਿ ਲਵਾਂ ਕਿ ਜਿਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਪਿਛਲੇ 5 ਸਾਲਾਂ 'ਚ ਕੀਤੀਆਂ ਨੇ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਬਾਰੇ, ਕਾਂਗਰਸ ਪਾਰਟੀ ਬਾਰੇ, ਔਰ ਜਿਹੜੀ ਕੈਪਟਨ ਸਰਕਾਰ ਆ, ਇੱਥੋਂ ਤੱਕ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਮੈਂ ਭ੍ਰਿਸ਼ਟ ਬੰਦਾ ਹੀ ਨਹੀਂ ਵੇਖਿਆ। ਜਿਹੜਾ ਆਪ ਵੀ ਈਡੀ ਦੇ ਸੰਮਣ ਜਾਰੀ ਹੋਏ ਆ, ਜਿਹਦੇ ਪੁੱਤਰ ਰਣ ਇੰਦਰ ਨੂੰ ਵੀ ਜਾਰੀ ਹੋਏ ਆ, ਇਹ ਭ੍ਰਿਸ਼ਟਾਚਾਰ ਦੀ ਸਰਕਾਰ ਹੈ। ਪਤਾ ਨਹੀਂ ਕੀ ਕੀ ਉਹਨਾਂ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਜਾਂ ਹੋਰ ਸਰਕਾਰ ਦੀਆਂ ਨਾਕਾਮੀਆਂ, ਨਲਾਇਕੀਆਂ ਜੋ ਗੱਲਾਂ ਕਰਦੇ ਰਹੇ ਨੇ, ਕਿਸੇ ਨੂੰ ਉਹਲਾ ਨਹੀਂ। ਔਰ 20-22 ਸਾਲ ਉਹ ਕਾਂਗਰਸ 'ਚ ਰਹੇ। ਉਹ ਕਾਂਗਰਸ ਤੋਂ ਪਹਿਲਾਂ ਅਕਾਲੀ ਦਲ ਸੀਗੇ। ਜਦੋਂ 1995-96 'ਚ ਉਹ ਸ਼ਾਮਲ ਹੁੰਦੇ ਨੇ, ਤੇ ਉਸ ਤੋਂ ਪਹਿਲਾਂ ਇਹ ਤੇ ਇਹਨਾਂ ਦੇ ਪਿਤਾ ਜੀ ਅਕਾਲੀ ਦਲ 'ਚ ਰਹੇ ਨੇ। ਉਸ ਤੋਂ ਬਾਅਦ ਇਹ ਕਾਂਗਰਸ ਚਲੇ ਗਏ। ਕਾਂਗਰਸ ਚੋਂ ਨਿਕਲਣ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਚ ਆਉਂਦੇ ਆ ਤੇ ਇਹਨਾਂ ਨੂੰ ਇੱਕ ਬ੍ਰਹਮ ਗਿਆਨ ਹੁੰਦਾ ਹੈ। ਬ੍ਰਹਮ ਗਿਆਨ ਕੀ ਹੁੰਦਾ ਹੈ ਕਿ ਹਾਂ ਯਾਰ, ਮੈਂ ਤਾਂ ਉਸ ਕਾਂਗਰਸ ਪਾਰਟੀ ਚ ਰਿਹਾ ਜਿਹਨੇ ਸਿੱਖਾਂ ਤੇ ਬੜੇ ਜ਼ੁਲਮ ਕੀਤੇ, ਜਿਹਨੇ ਜੂਨ 84 ਕੀਤੀ ਹੈ, ਘੱਲੂਘਾਰਾ ਕੀਤਾ ਹੈ, ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, 84 ਦਾ ਕਤਲੇਆਮ ਕੀਤਾ ਹੈ, ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਨੂੰ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ ਹੈ। ਹਰੇਕ ਥਾਂ ਤੇ ਗੱਲ ਕਰਦੇ ਸੀ। ਇੰਦਰਾ ਗਾਂਧੀ ਦੇ ਜ਼ੁਲਮ ਦੀ ਗੱਲ ਕਰਦੇ ਸੀ, ਕਾਂਗਰਸ ਪਾਰਟੀ ਦੇ ਜ਼ੁਲਮ ਦੀ ਗੱਲ ਕਰਦੇ ਸੀ, ਕਾਂਗਰਸੀ ਹਕੂਮਤ ਦੀ ਉਸ ਜ਼ਬਰ ਦੀ ਗੱਲ ਕਰਦੇ ਸੀ। ਤੇ ਮੈਂ ਅੱਜ ਪੁੱਛਣਾ ਚਾਹਣਾ ਹੈ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਕਿ ਕਾਂਗਰਸ ਅੱਜ ਦੁੱਧ ਧੋਤੀ ਕਿਵੇਂ ਹੋ ਗਈ, ਕਿ ਕੈਪਟਨ ਅਮਰਿੰਦਰ ਸਿੰਘ ਦੁੱਧ ਧੋਤੇ ਕਿਵੇਂ ਹੋ ਗਏ? ਕੁਲਵਿੰਦਰ ਜੀ, ਪੰਜਾਬ ਵਿਧਾਨ ਸਭਾ ਦੇ ਵਿੱਚ ਕੋਈ ਮਸਲਾ ਪੈਦਾ ਹੋਇਆ, ਇਹ ਐਲਓਪੀ ਸੀਗੇ, ਵਿਰੋਧੀ ਧਿਰ ਦੇ ਨੇਤਾ ਸੀਗੇ, ਉੱਥੇ ਅੰਦਰ ਕੀ ਹੋਇਆ, ਕੋਈ ਸਵਾਲ ਜਵਾਬ ਹੋਏ, ਖਹਿਰਾ ਸਾਹਿਬ ਆਣ ਕੇ ਪ੍ਰੈਸ ਲੌਬੀ ਦੇ ਵਿੱਚ ਆਣ ਕੇ ਪ੍ਰੈਸ ਕਾਨਫਰੰਸ ਕਰਦੇ ਨੇ। ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਸ਼ਬਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਬਾਰੇ ਖਹਿਰਾ ਸਾਹਿਬ ਵਰਤਦੇ ਨੇ, ਵਰਤਦਿਆਂ ਇੱਥੋਂ ਤੱਕ ਸ਼ਬਦ ਵਰਤਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਮਜ਼ਾਦੇ ਤੱਕ ਸ਼ਬਦ ਕਹਿੰਦੇ। ਹਰਾਮਜ਼ਾਦੇ, ਮੈਂ ਤੁਹਾਨੂੰ ਸੁਣਾ ਦੇਣਾ, ਆ ਸੁਣਿਆ ਜੀ। ਠੀਕ ਹੈ ਬਲਟੋਆ ਸਾਹਿਬ, ਅਸੀਂ ਉਸ ਚੀਜ਼ 'ਚ ਨਾ ਜਾਈਏ। ਠੀਕ ਹੈ, ਉਹਨਾਂ ਦੇ ਸ਼ਬਦ ਇਸ ਤਰੀਕੇ ਦੇ, ਹਾਂ, ਅਸੀਂ ਨਹੀਂ ਚਾਹੁੰਦੇ। ਚਲੋ ਠੀਕ ਹੈ, ਨਹੀਂ ਜਾਂਦੇ। ਹੁਣ ਮੇਰੀ ਬੇਨਤੀ ਨਹੀਂ ਕਿ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਜੋ ਕੁਛ ਵੀ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਆਪਦੀ ਰਾਜਨੀਤੀ ਕਰਨ, ਜੰਮ ਕਰਨ, ਕਿਸੇ ਨੂੰ ਕੋਈ ਅਧਿਕਾਰ ਨਹੀਂ। ਤੁਸੀਂ ਰਾਜਨੀਤੀ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰੋ
ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕਰੋ ਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਝੂਠ ਤੇ ਮਗਰ ਲਾਉਣ ਦੀ ਕੋਸ਼ਿਸ਼ ਕਰੋ। ਅੱਜ ਜੋ ਕੁਝ ਤੁਸੀਂ ਕੈਪਟਨ ਅਮਰਿੰਦਰ ਸਿੰਘ ਬਾਰੇ ਪੰਜਾਬ ਦੇ ਲੋਕਾਂ ਦੇ ਵਿੱਚ 5 ਸਾਲ ਤੋਂ ਬੋਲਦੇ ਰਹੇ ਜੇ, ਜੋ ਇੰਦਰਾ ਗਾਂਧੀ ਬਾਰੇ 5 ਸਾਲ ਤੁਸੀਂ ਬੋਲਦੇ ਰਹੇ ਜੇ, ਭਾਵੇਂ ਤੁਸੀਂ ਪਹਿਲਾਂ ਜਦੋਂ ਕਾਂਗਰਸ 'ਚ ਹੁੰਦੇ ਸੀ ਉਸ ਸਮੇਂ ਵੀ ਤੁਸੀਂ ਕਹਿੰਦੇ ਸੀਗੇ ਕਿ ਜਬ ਤੱਕ ਸੂਰਜ ਚਾਂਦ ਰਹੇਗਾ ਇੰਦਰਾ ਮਾਂ ਤੇਰਾ ਨਾਮ ਰਹੇਗਾ, ਇਹ ਨਾਰੇ ਲਾਉਂਦੇ ਰਹੇ। ਕਿਉਂਕਿ ਹਰ ਸਾਲ ਹੀ ਇੰਦਰਾ ਗਾਂਧੀ ਦੀ ਜਿਹੜੀ ਬਰਸੀ ਮਨਾਈ ਜਾਂਦੀ ਆ, ਜਨਮ ਦਿਹਾੜਾ ਮਨਾਇਆ ਜਾਂਦਾ ਤੇ ਸੁਖਪਾਲ ਸਿੰਘ ਖਹਿਰਾ ਵੀ ਜਾ ਕੇ ਕਰਦੇ ਰਹੇ। ਪਰ ਜਦੋਂ ਕਾਂਗਰਸ 'ਚ ਬਾਹਰ ਆ ਗਏ ਉਸ ਸਮੇਂ ਇਹਨਾਂ ਨੇ ਬੜਾ ਕੁਝ ਇੰਦਰਾ ਗਾਂਧੀ ਦੇ ਜਨਮਾਂ ਦੀ ਗੱਲ ਤੇ ਕਾਂਗਰਸ ਹਕੂਮਤ ਦੇ ਜ਼ੁਲਮਾਂ ਦੀ ਗੱਲ ਕਰਦੇ ਰਹੇ। ਠੀਕ ਹੈ ਠੀਕ ਤੇ ਹੈ। ਮੇਰਾ ਮੋਟੀ ਜੀ ਗੱਲ ਇੱਕ ਹੋਰ ਹੈ ਜੀ ਕੁਲਵਿੰਦਰ ਜੀ, ਚਲੋ ਠੀਕ ਹੈ ਚਲੇ ਗਏ, ਅੱਜ ਜਿਹੜੇ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਸ਼ਾਮਲ ਹੋਣਾ। ਔਰ ਫਿਰ ਅੱਜ ਜਿਸ ਤਰ੍ਹਾਂ ਭਲਾਥਾ ਹਲਕੇ 'ਚ ਲੱਡੂ ਵੰਡੇ ਜਾ ਰਹੇ ਹੈ, ਲੱਡੂ ਵੰਡ ਦੀਆਂ ਤਸਵੀਰਾਂ ਜਿਹੜੀਆਂ ਨੇ ਸੁਖਪਾਲ ਸਿੰਘ ਖਹਿਰਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਿੱਖ ਧਾਹਾਂ ਮਾਰਦੇ ਨੇ, ਇਹਨਾਂ ਦਿਨਾਂ ਦੇ ਵਿੱਚ ਸਿੱਖ ਰੋਣ ਲੱਗੇ ਹੋਏ ਨੇ, ਤੇ ਇਹ ਸਰਦਾਰ ਸੁਖਪਾਲ ਸਿੰਘ ਖਹਿਰਾ ਬਦਲ ਕੇ ਪਾਲਾ ਥੁੱਕ ਚੱਟ ਕੇ ਤੇ ਫਿਰ ਜਿਹੜਾ ਲੱਡੂ ਵੰਡਦੇ ਫਿਰਦੇ ਆ, ਇਹ ਕਿਹੜੀ ਜੰਗ ਜਿੱਤ ਕੇ ਆਏ? ਠੀਕ ਹੈ ਅਰੋੜਾ ਕਿਹੜਾ ਜੀ, ਮੋਰਚਾ ਫਤਿਹ ਕਰਕੇ ਆਏ? ਕਿਹੜਾ ਪੰਜਾਬ ਦਾ ਮਸਲਾ ਹੱਲ ਕਰਕੇ ਆਏ ਆ? ਕੀ ਪੰਜਾਬ ਦਾ ਸਵਾਰਤਾ ਆ ਜਿਹਦੇ ਕਰਕੇ ਲੱਡੂ ਵੰਡਦੇ ਫਿਰਦੇ? ਇਸ ਗੱਲ ਦਾ ਜਵਾਬ ਦੇ ਦੇਣਾ। ਔਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਕੁਲਵਿੰਦਰ ਜੀ, ਗੱਲ ਪਹਿਲਾਂ ਵੀ ਚੱਲੀ ਹੈ, ਆਰਿਆਮ ਬਟੂਆ ਸਾਹਿਬ ਥੋੜਾ ਜਿਹਾ ਵਾਕਿਆ ਨੂੰ ਇੱਕ ਮਿੰਟ ਜੀ, ਹੁਣ ਗੱਲ ਪੂਰੀ ਕਰ ਲੈਂਦੇ ਹੋ ਨਾ ਜੀ। ਜੀ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੀ ਕਿ ਜਿਨ੍ਹਾਂ ਦਾ ਸਮੁੱਚਾ ਸਿੱਖ ਜਗਤ ਸਤਿਕਾਰ ਕਰਦਾ, ਸਾਡੇ ਵਰਗੇ ਵੀ ਕਰਦੇ ਆ, ਔਰ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਆਪਣੀ ਸ਼ਹੀਦੀ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੈਕਟਰੀ ਰਹੇ ਸੀ। ਚਲੋ ਬੀਬੀ ਜੀ ਦੂਰ ਚਲੇ ਗਏ, ਬੀਬੀ ਜੀ ਨੂੰ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਉਮੀਦਵਾਰ ਬਣਾਇਆ। ਤਾਂ ਬਣਾਇਆ ਕਾਹਦੇ ਕਰਕੇ ਕਿ ਉਹਨਾਂ ਦੇ ਪਤੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਕਿ ਬਹੁਤ ਵੱਡੀ ਕੁਰਬਾਨੀ ਸੀ। ਤੇ ਸ਼ਹੀਦ ਕੀਤਾ ਕਿਨੇ ਸੀ? ਕਾਂਗਰਸ ਨੇ, ਬੇਅੰਤ ਸਿੰਘ ਨੇ, KPS ਗਿੱਲ ਨੇ। ਤੇ ਜਿਹੜੀ ਸਿੱਖ ਵਿਰੋਧੀ ਸ਼ਕਤੀ ਹੋਵੇ, ਸਿੱਖ ਵਿਰੋਧੀ ਪਾਰਟੀ ਹੋਵੇ, ਜਿਹਦੀ ਹਕੂਮਤ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ ਹੋਵੇ, ਤੇ ਕੱਲ ਤੁਸੀਂ ਉਹਦੀ ਪਤਨੀ ਨੂੰ ਉਮੀਦਵਾਰ ਬਣਾਇਆ। ਅੱਜ ਠੀਕ ਹੈ ਬਟੂਆ ਸਾਹਿਬ, ਬਿਲਕੁਲ ਸਵਾਲ ਹੈ। ਠੀਕ ਹੈ ਪਾਰਟੀ ਸ਼ਾਮਲ ਹੋ ਗਈ। ਅਮਿਤ ਅਰੋੜਾ ਜੀ, ਇਹ ਜੋ ਇਸ ਵੇਲੇ ਪੂਰਾ ਘਟਨਾਕ੍ਰਮ ਵਾਪਰਿਆ, ਇੱਕ ਪਾਸੇ ਕਾਂਗਰਸ ਦੇ ਵਿੱਚ ਕਲੇਸ਼ ਜਾਰੀ ਸੀ, ਖਹਿਰਾ ਸਾਹਿਬ ਵਾਪਸੀ ਕਰ ਰਹੇ ਨੇ, ਕਿਵੇਂ ਦੇਖ ਰਹੇ ਹੋ? ਕੁਲਵਿੰਦਰ ਜੀ, ਤੁਸੀਂ ਦੇਖੋ ਕਿ ਥੋੜਾ ਜਿਹਾ ਮੈਂ ਪਿੱਛੇ ਲੈ ਜਾਣਾ ਚਾਹੁੰਦਾ ਕਿ ਖਹਿਰਾ ਸਾਹਿਬ ਦਾ ਮਨ ਮੁਟਾਵ ਕਿੱਦਾਂ ਆ ਕੇਜਰੀਵਾਲ ਜੀ ਦੇ ਨਾਲ। ਤੁਸੀਂ ਦੇਖੋ ਕਿ ਅਰਵਿੰਦ ਕੇਜਰੀਵਾਲ ਜੀ ਨੇ ਮਜੀਠੀਆ ਦੇ, ਜਿਹੜਾ ਮਜੀਠੀਆ ਨੇ ਮਾਨਹਾਨੀ ਦਾ ਕੇਸ ਕੀਤਾ ਸੀ ਅਰਵਿੰਦ ਕੇਜਰੀਵਾਲ ਦੇ, ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਕੋਰਟ ਦੇ ਵਿੱਚ, ਔਰ ਮਾਫੀ ਮੰਗਣ ਤੋਂ ਬਾਅਦ ਇਹਨਾਂ ਦਾ ਖਹਿਰਾ ਸਾਹਿਬ ਦਾ ਰਿਐਕਸ਼ਨ ਆਇਆ ਕਿ ਜੀ ਮੈਂ ਹੁਣ ਪਾਰਟੀ ਦੇ ਵਿੱਚ ਨਹੀਂ ਰਹਿਣਾ, ਕਿਉਂਕਿ ਪੰਜਾਬ ਦੇ ਫੈਸਲੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਹੋਣੇ। ਔਰ ਮਜੀਠੀਆ ਤੇ ਜਿਹੜੇ ਐਲੀਗੇਸ਼ਨ ਹੈਗੇ ਸੀ ਉਹ ਡਰੱਗਸ ਦੇ ਸੀ, ਨਸ਼ਾ ਮਾਫੀਆ ਦੇ ਸੀ। ਕੀ ਅੱਜ ਨਸ਼ਾ ਖਤਮ ਹੋ ਗਿਆ ਪੰਜਾਬ ਚੋਂ? ਕੀ ਕੈਪਟਨ ਸਰਕਾਰ ਦੇ ਰਾਜ ਦੇ ਵਿੱਚ ਨਸ਼ਾ ਜਿਹੜਾ ਵਾ ਉਹ ਪਹਿਲੇ ਤੋਂ ਵੀ ਕਈ ਗੁਣਾ ਜ਼ਿਆਦਾ ਵੱਧ ਗਿਆ? ਤਾਂ ਮੇਰੇ ਕਹਿਣ ਦਾ ਭਾਵ ਹੈ ਕਿ ਕੀ ਸੁਖਪਾਲ ਖਹਿਰਾ ਅੱਜ ਮਾਫੀ ਮੰਗਣਗੇ ਕਿ ਉਹ ਪਾਰਟੀ ਜਿਹਦੇ ਰਾਜ ਦੇ ਵਿੱਚ ਨਸ਼ਾ ਜਿਹੜਾ ਕਈ ਗੁਣਾ ਵੱਧ ਗਿਆ, ਔਰ ਅਰਵਿੰਦ ਕੇਜਰੀਵਾਲ ਦੇ ਮਾਫੀ ਮੰਗਣ ਦੇ ਉਹਨਾਂ ਦਾ ਮਨਮੁਟਾਵ ਹੋਇਆ, ਜਿੰਦੇ ਕਰਕੇ ਉਹਨਾਂ ਨੂੰ ਪਾਰਟੀ ਛੱਡਣੀ ਪਈ। ਤਾਂ ਕਹਿਣ ਦਾ ਭਾਵ ਹੈ ਕਿ ਇਹ ਸਾਰਾ ਕੰਮ, ਕਿਉਂਕਿ ਇਹਨਾਂ ਨੇ 2017 ਵਿਧਾਨ ਸਭਾ ਸੈਸ਼ਨ ਦੇ ਵਿੱਚ ਕੈਪਟਨ ਸਾਹਿਬ ਤੇ ਦੋਸ਼ ਲਾਏ ਸੀ ਕਿ ਤੁਹਾਡੇ 1 ਸਾਲ ਦੇ ਰਾਜ ਦੇ ਵਿੱਚ ਨਾ ਤਾਂ ਨਸ਼ਾ ਖਤਮ ਹੋਇਆ, ਮਾਈਨਿੰਗ ਮਾਫੀਆ ਵਧਿਆ ਵਾ, ਘਰ ਘਰ ਨੌਕਰੀ ਦੇ ਵੀ ਇਹਨਾਂ ਨੇ ਸਵਾਲ ਖੜੇ ਕੀਤੇ ਸੀ। ਤੋਂ ਉਹ ਅੱਜ ਜਸ ਦੇ ਤਸ ਖੜੇ ਆ। ਕਰਜ਼ਾ ਕਿਸਾਨਾਂ ਦਾ ਮਾਫ ਨਹੀਂ ਹੋਇਆ, ਅੱਜ 1200 ਤੋਂ ਵੱਧ ਕਿਸਾਨ ਜਿਹੜੇ ਆ ਉਹ ਆਤਮ ਹੱਤਿਆ ਕਰ ਚੁੱਕੇ ਆ। ਤੋਂ ਮੇਰਾ ਕਹਿਣ ਦਾ ਇਹ ਭਾਵ ਹੈ ਕਿ ਅੰਦਰ ਖਾਤੇ ਕੋਈ ਗੱਲ ਹੋਰ ਹੈ। ਇਹ ਤਿੰਨੇ ਵਿਧਾਇਕ ਜਿਹੜੇ ਆ, ਇਹਨਾਂ ਦੇ ਬੱਚਿਆਂ ਦੀ ਵੀ ਕਿਤੇ ਕੋਈ ਨੌਕਰੀ ਲਵਾਉਣ ਦਾ ਪ੍ਰੋਮਿਸ ਕੀਤਾ ਕੈਪਟਨ ਸਾਹਿਬ ਨੇ, ਜਿੰਦੇ ਕਰਕੇ ਇਹ ਤਿੰਨੋਂ ਵਿਧਾਇਕ ਜਿਹੜੇ ਆ ਕਾਂਗਰਸ ਜੁਆਇਨ ਕੀਤੇ ਆ। ਠੀਕ ਹੈ ਪ੍ਰੋਫੈਸਰ ਸਾਹਿਬ, ਮੇਰਾ ਤੁਹਾਨੂੰ ਸਵਾਲ ਇਹ ਹੈ ਕਿ ਸੁਖਪਾਲ ਖਹਿਰਾ ਦੀ ਪੋਲਿਟਿਕਸ ਨੂੰ ਇਸ ਵੇਲੇ ਕਿਸ ਤਰੀਕੇ ਦੇਖਿਆ ਜਾਵੇ? ਵੱਡਾ ਉਹ ਇੱਕ ਮੰਗ ਇਹ ਕਰਦੇ ਸੀ ਜਦੋਂ ਆਮ ਆਦਮੀ ਪਾਰਟੀ ਤੋਂ ਬਾਹਰ ਹੋਏ ਸੀ ਕਿ ਤੁਸੀਂ ਮਾਫੀ ਮੰਗ ਲਿਆ, ਤੇ ਉਸ ਤੋਂ ਬਾਅਦ ਖੁਦ ਮੁਖਤਿਆਰੀ ਦੀ ਗੱਲ ਬੜੇ ਵੱਡੇ ਪੱਧਰ ਤੇ ਚੁੱਕਦੇ ਸੀ। ਕੀ ਕੁਝ ਤੁਹਾਨੂੰ ਉਹਨਾਂ ਦੀ ਸਿਆਸਤ 'ਚ ਨਜ਼ਰ ਆ ਰਿਹਾ ਇਸ ਵੇਲੇ? ਦੇਖੋ, ਖੁਦ ਮੁਖਤਿਆਰੀ ਵਾਲੀ ਗੱਲ ਤੇ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਖੁਦ ਮੁਖਤਿਆਰੀ
ਤੇ ਜਿਹੜੀਆਂ ਰੀਜਨਲ ਪਾਰਟੀਆਂ ਆ ਜਿਹੜੀਆਂ ਬਿਲਕੁਲ ਉਸ ਰੀਜਨ ਦੇ ਵਿੱਚ ਹੀ ਕਮਾਂਡ ਕਰਦੀਆਂ, ਕਿਸੇ ਵੇਲੇ ਜਿਵੇਂ ਅਕਾਲੀ ਦਲ ਹੁੰਦਾ ਸੀ, ਉਹਨਾਂ ਤੋਂ ਤਾਂ ਤੁਸੀਂ ਉਮੀਦ ਰੱਖ ਸਕਦੇ ਆ। ਪਰ ਜੇ ਤੁਸੀਂ ਇਹ ਕਹੋ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਉਹ ਖੁਦ ਮੁਖਤਿਆਰੀ, ਉਹ ਸਵਾਲ ਹੀ ਨਹੀਂ ਹੈ। ਬੀਜੇਪੀ ਹੋਏ, ਕਾਂਗਰਸ ਹੋਏ, ਉਹਨਾਂ ਦਾ ਤੇ ਲਗਾਤਾਰ ਜਿੰਨੀ ਵੀ ਮਾੜੀ ਮੋਟੀ ਸੂਬਿਆਂ ਦੇ ਵੱਧ ਅਧਿਕਾਰ ਹੈਗੇ ਆ ਉਹਨਾਂ ਤੇ ਛਾਪਾ ਮਾਰਿਆ ਜਾ ਰਿਹਾ। ਕਾਂਗਰਸ ਨੇ ਕੋਈ ਘੱਟ ਨਹੀਂ ਕੀਤੀ, ਬੀਜੇਪੀ ਨੇ ਉਹਨੂੰ ਸਪੀਡ ਅਪ ਕੀਤਾ। ਤੇ ਕਾਂਗਰਸ 'ਚ ਜਾ ਕੇ ਜੇ ਖਹਿਰਾ ਸਾਹਿਬ ਇਹ ਕਹਿਣ ਕਿ ਮੈਂ ਹੁਣ ਖੁਦ ਮੁਖਤਿਆਰੀ ਦੀ ਮੂਵਮੈਂਟ ਨੂੰ ਸਟਰੋਂਗ ਕਰ ਰਿਹਾ, ਉਹਦਾ ਕੋਈ ਨਹੀਂ, ਉਹ ਆਪਣੇ ਆਪ ਨੂੰ ਦੇਖ ਰਹੇ ਆ। ਇੱਥੇ ਉਹਨਾਂ ਨੂੰ ਕੋਈ ਭਵਿੱਖ 'ਚ ਨਜ਼ਰ ਨਹੀਂ ਸੀ ਆਉਂਦਾ, ਗਲਤੀਆਂ ਰਾਜਨੀਤਿਕ ਵੱਡੀਆਂ ਕਰ ਗਏ ਸੀਗੇ। ਪਰ ਜਿਹੜੀ ਖੇਲ ਸਾਰੀ ਚੱਲ ਰਹੀ ਉਹ ਕਿੱਡੀ ਹਾਸੋਹੀਣੀ ਗੱਲ ਆ ਕਿ ਕੋਈ ਬੰਦੇ ਪਾਰਟੀ ਦੀਆਂ ਟਿਕਟਾਂ ਤੇ ਜਿੱਤ ਜਾਂਦੇ ਆ, ਫਿਰ ਉਹ ਆਪਣੀ ਅਲੱਗ ਪਾਰਟੀ ਬਣਾ ਕੇ ਪਾਰਲੀਮੈਂਟ ਦੀਆਂ ਚੋਣਾਂ ਵੀ ਲੜ ਲੈਂਦੇ ਆ। ਫਿਰ ਉਹ ਜਾਣੀ ਕਾਂਗਰਸ ਜਿਹੜੀ ਆ ਉਹਨਾਂ ਦਾ ਉਦੋਂ ਤੱਕ ਮਨਜ਼ੂਰ ਹੀ ਨਹੀਂ ਕਰਦੀ, ਜਿਹੜੀ ਰੈਜ਼ਿਗਨੇਸ਼ਨ ਕਰਕੇ ਜਾਂਦੇ ਆ ਨਾ, ਨਵੀਂ ਪਾਰਟੀ ਬਣਾਉਂਦੇ ਆ, ਫਿਰ ਉਹ ਵਿੱਚੇ ਬੈਠੇ ਰਹਿੰਦੇ ਆ, ਫਿਰ ਵੀ ਕਾਂਗਰਸ ਦੇ ਵਿਰੁੱਧ ਬੋਲਦੇ ਰਹਿੰਦੇ ਲੋਕ। ਅਸੈਂਬਲੀ 'ਚ ਜਾ ਕੇ ਕੌਣ ਬੰਦਾ ਜਾਣੀ ਜਿਹੜੇ ਰਾਜਨੀਤਿਕ ਲੋਕਾਂ ਦੇ ਸ਼ਬਦਾਂ ਤੇ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਕਰੂਗਾ? ਇਹੀ ਕਾਰਨ ਆ ਜਿਹੜੇ ਕਿਸਾਨ ਬਿਲਕੁਲ ਰਾਜਨੀਤਿਕ ਲੋਕਾਂ ਨੂੰ ਦੂਰ ਰੱਖ ਰਹੇ ਆ, ਕਿਉਂਕਿ ਉਹਨਾਂ ਨੇ ਬਹੁਤ ਨੇੜਿਓਂ ਦੇਖਿਆ ਕਿ ਇਹ ਸੱਤਾ ਜੀਵੀਆਂ ਦੀ ਸੱਤਾ ਦੀ ਖੇਲ ਆ। ਲੋਕ ਤੇ ਐਵੇਂ ਬਹਾਨੇ ਸਿਰ ਉਹਨਾਂ ਦਾ ਨਾਂ ਲੈਣਾ ਪੈਂਦਾ ਲੋਕਾਂ ਦੀਆਂ ਮੰਗਾਂ ਦਾ। ਹੁਣ ਇੱਕ ਮਿੰਟ, ਮੇਰਾ ਇੰਨਾ ਹੀ ਕਹਿਣਾ ਕਿ ਕਿਤੇ ਵੀ ਤੁਸੀਂ ਸਾਰਿਆਂ ਪਾਸੇ ਦੇਖ ਲਓ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਗਏ, ਇੱਧਰ ਗਏ, ਉੱਧਰ ਗਏ, ਅਕਾਲੀ ਦਲ ਚੋਂ ਇੱਧਰ ਗਏ, ਉੱਧਰ ਗਏ, ਕੁਛ ਬਾਹਰ ਆ, ਕੁਛ ਆ। ਆਉਣ ਵਾਲੇ ਸਮੇਂ 'ਚ ਬੜੀ ਚਰਚਾ ਚੱਲੀ ਹੈ, ਇਹ ਤੇ ਆਮ ਆਦਮੀ ਪਾਰਟੀ ਚੋਂ ਕੁਛ ਕਾਂਗਰਸ 'ਚ ਗਏ ਆ, ਬੜੀ ਚਰਚਾ ਚੱਲੀ ਹੋਈ ਹੈ ਕਿ ਕੁਛ ਵਿਧਾਇਕ ਛਾਲ ਮਾਰ ਕੇ ਅਕਾਲੀ ਦਲ 'ਚ ਜਾਣ ਵਾਲੇ ਆ। ਹੁਣ ਅਕਾਲੀ ਦਲ ਵੀ ਆਪਣਾ ਪਤਾ ਨਹੀਂ, ਉਹਨਾਂ ਲਈ ਨਵੇਂ ਕੋਈ ਕਮਰੇ ਨਵੇਂ ਪਾਉਣੇ ਪੈਣੇ ਆ, ਸਾਰਾ ਕੁਛ। ਔਰ ਇਹਦੇ ਵੀ ਵੱਡੀ ਗੱਲ ਨਹੀਂ ਕਿ ਕਾਂਗਰਸ ਵਿੱਚੋਂ ਵੀ ਕੋਈ ਰੁੱਸੇ ਵਿਧਾਇਕ ਹੋਰ ਅਕਾਲੀਆਂ 'ਚ ਚਲੇ ਜਾਣ। ਜੇ ਹਾਲਤ ਇਹ ਹੋਈ ਆ, ਪਹਿਲਾਂ ਵੀ ਕਾਂਗਰਸੀ ਕੁਛ ਟਿਕਟਾਂ ਲੈ ਕੇ ਬੰਗਿਆਂ ਤੋਂ ਇੱਧਰੋਂ ਆਮ ਆਦਮੀ ਪਾਰਟੀ 'ਚੋਂ ਵੀ ਲੜ ਚੁੱਕੇ ਆ। ਜਾਣੀ ਜਿਹੜੇ ਉੱਧਰ ਆਪਣੀਆਂ ਅਕਾਲੀ ਦਲ ਤੇ ਕਾਂਗਰਸ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਜਾਂ ਜਿਹੜੇ ਜ਼ਿਆਦਾ ਆਪਣੀਆਂ ਉਮੀਦਾਂ ਆਪਣੇ ਤੋਂ ਲਾ ਕੇ ਰੱਖਦੇ ਆ, ਉਹ ਵੀ ਆ ਕੇ ਟਿਕਟਾਂ ਲੈ ਕੇ ਲੜੇ ਆ। ਆਮ ਆਦਮੀ ਪਾਰਟੀ ਇੱਕ ਪਲੇਟਫਾਰਮ ਸੀਗਾ। ਜਾਣੀ ਓਵਰਆਲ ਮੈਂ ਗੱਲ ਕਹਿਣਾ ਆ ਕਿ ਜੇ ਪਾਰਟੀਆਂ ਬਦਲਣੀਆਂ ਤਾਂ ਬਦਲਣੀਆਂ ਕਿਸੇ ਵਿਚਾਰਧਾਰਾ ਤੇ, ਕਿਸੇ ਪਾਰਟੀ ਦੇ ਪ੍ਰੋਗਰਾਮ ਨੂੰ ਸਮਝ ਕੇ ਉਹਦੇ ਤੇ ਬਦਲਣੀਆਂ ਚਾਹੀਦੀਆਂ, ਤਾਂ ਕਿ ਤੁਸੀਂ ਖੜੇ ਤੇ ਰਹੋ। ਅੱਜ ਆਪਾਂ ਜਿੰਨੇ ਵੀ ਸਾਰੇ ਗੱਲ ਸੱਜਣ ਕਰ ਰਹੇ ਆ ਬੈਠ ਕੇ, ਕੀ ਕਹਿ ਰਹੇ ਆ ਕਿ ਕੱਲ ਉਹ ਗਾਲਾਂ ਕੱਢਦੇ ਸੀ, ਅੱਜ ਉਧਰ ਫਰਕ। ਗੱਲ ਬਿਲਕੁਲ ਠੀਕ ਹੈ। ਜੇ ਤੁਸੀਂ ਵਿਚਾਰਧਾਰਾ ਤੇ ਹੋਗੇ ਤੇ ਫਿਰ ਗੱਲਾਂ ਹੋਰ ਹੁੰਦੀਆਂ। ਹੁਣ ਉਹੋ ਹੀ ਕਾਂਗਰਸ ਫਿਰ ਉਹਨੂੰ ਗਾਲਾਂ ਦੇਣ ਲੱਗ ਪਏ, ਫਿਰ ਕੇਜਰੀਵਾਲ। ਤੁਹਾਨੂੰ ਲੱਗਦਾ ਵੀ ਜਦੋਂ ਬੰਦੇ ਨੂੰ ਆਪਦੀ ਸਿਆਸੀ ਜ਼ਮੀਨ ਖੁਸਦੀ ਲੱਗਦੀ ਹੈ, ਜਦੋਂ ਲੱਗਦਾ ਮੇਰਾ ਸਿਆਸੀ ਕਰੀਅਰ ਹੀ ਖਤਮ ਹੋਣ ਵਾਲਾ ਹੈ, ਫਿਰ ਆ ਵਿਚਾਰਧਾਰਾ ਵਾਲੀਆਂ ਗੱਲਾਂ ਬੜੀਆਂ ਪਿੱਛੇ ਰਹਿ ਜਾਂਦੀਆਂ ਨੇ। ਉਹੀ ਸੁਖਪਾਲ ਖਹਿਰਾ ਨਾਲ ਹੋਇਆ। ਬਿਲਕੁਲ। ਤੁਸੀਂ ਨਵਜੋਤ ਸਿੰਘ ਸਿੱਧੂ ਵੀ ਟਿਪੀਕਲ ਕੇਸ ਆ। ਦੇਖੋ, ਪਹਿਲਾਂ ਕਾਂਗਰਸ 'ਚ ਰਹੇ ਆ, ਇਹਦੇ 'ਚ 3 ਵਾਰੀ MP ਰਹੇ ਆ ਬੀਜੇਪੀ 'ਚ, ਹੁਣ ਉਹ ਕਾਂਗਰਸ ਵਿੱਚ ਹੈਗੇ ਆ। ਹੁਣ ਕੁਛ ਹੋਰ ਵੀ ਚਰਚਾਵਾਂ ਚੱਲਦੀਆਂ ਰਹਿੰਦੀਆਂ ਵਿੱਚ ਵਿਚਾਲੇ ਕਿ ਪਤਾ ਨਹੀਂ ਕੀ ਕਰਨਗੇ ਕੀ ਨਹੀਂ ਕਰਨਗੇ। ਚਲੋ ਉਹ ਤੇ ਕਿਆਸ ਰਾਈਆਂ। ਸਾਡੀ ਰਾਜਨੀਤੀ ਜਿਹੜੀ ਹੈ ਉਹ ਮੁੱਦਿਆਂ ਤੋਂ ਔਰ ਵਿਚਾਰਧਾਰਾ ਤੋਂ ਤੇ ਪਾਰਟੀ ਦੇ ਪ੍ਰੋਗਰਾਮਾਂ ਤੋਂ ਹਟ ਕੇ ਸੱਤਾ 'ਚ ਆਪ ਲੀਡਰਾਂ ਨੇ ਕਿਵੇਂ ਆਉਣਾ ਤੇ ਆਪਣੇ ਮਜ਼ੇ ਕਿਵੇਂ ਕਰਨੇ ਆ, ਉਧਰ ਨੂੰ ਚਲੇ ਗਈ ਆ। ਲੇਬਲ ਕੋਈ ਵੀ ਹੋਵੇ, ਕਿੱਥੇ ਵੀ ਚਲੇ ਜਾਓ, ਕੋਈ ਫਰਕ ਨਹੀਂ ਪੈਂਦਾ। ਇਹ ਵੱਡੀ ਅਫਸੋਸ ਵਾਲੀ ਗੱਲ ਹੈ ਕੁਲਵਿੰਦਰ ਜੀ। ਠੀਕ ਹੈ ਲਾਡੀ ਜੀ, ਇੱਕ ਸਵਾਲ ਤੁਹਾਨੂੰ ਮੈਂ ਕਰਨਾ ਚਾਹੂੰਗਾ। ਤੁਹਾਡੇ ਜਿੰਨੇ ਵੀ ਹੋਰ ਵਿਰੋਧੀ ਧਿਰ ਦੇ ਆਗੂ ਬੈਠੇ ਹੋਏ ਨੇ, ਉਹਨਾਂ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਉਹਨਾਂ ਦੇ ਪੁਰਾਣੇ ਬਿਆਨਾਂ ਨੂੰ ਸੁਣਨਾ ਚਾਹੀਦਾ ਹੈ। ਤੁਹਾਡੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਲਗਾਤਾਰ ਉਹ ਸਵਾਲ ਚੁੱਕਦੇ ਰਹੇ ਨੇ। ਹੁਣ ਜਦੋਂ ਉਹ ਤੁਹਾਡੀ ਪਾਰਟੀ ਜਾਣ ਦਾ ਮਕਸਦ ਸਿਰਫ ਇੰਨਾ ਹੈ ਕਿ ਆਪਣੀ ਸਿਆਸੀ ਜ਼ਮੀਨ ਤਲਾਸ਼ਣੀ ਹੈ, ਜੋ ਸੁਖਪਾਲ ਖਹਿਰਾ ਤੁਹਾਡੇ ਤੇ ਸਵਾਲ ਚੁੱਕਦੇ ਰਹੇ ਨੇ, ਉਹਨਾਂ ਤੇ ਤੁਹਾਡਾ ਕੀ ਜਵਾਬ ਹੈ? ਉਹ ਕਹਿ ਰਹੇ ਨੇ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਰਹੀ ਹੈ। ਸੁਖਪਾਲ ਖਹਿਰਾ ਦੇ ਔਨ ਰਿਕਾਰਡ ਬਿਆਨ। ਇਹ ਐਸੀ ਕੋਈ ਗੱਲ ਨਹੀਂ। ਖਹਿਰਾ ਸਾਹਿਬ ਇੱਕ ਅੱਛੇ ਬੁਲਾਰੇ ਵੀ ਨੇ। ਉਹ ਪੰਜਾਬ ਦੇ ਹਿੱਤਾਂ ਵਾਸਤੇ ਜਦੋਂ ਗੱਲ ਕਰਦੇ ਨੇ, ਉਹ ਬਿਲਕੁਲ ਉਹਨਾਂ ਨੂੰ ਇਹ ਹਰ ਗੱਲ ਤੇ ਉਹਨਾਂ ਦੀ ਜਿਹੜੀ ਗੱਲ ਹੁੰਦੀ ਹੈ ਉਹਦੇ 'ਚ ਵਜ਼ਨ ਹੁੰਦਾ। ਲੇਕਿਨ ਇੱਕ ਗੱਲ ਜ਼ਰੂਰ ਹੈ, ਉਹਨੇ ਸਾਰੀਆਂ ਪਾਰਟੀਆਂ ਦਾ, ਜਦੋਂ ਹੁਣ ਉਹਨਾਂ ਨੇ ਕਾਂਗਰਸ ਦੁਬਾਰਾ ਜੁਆਇਨ ਕੀਤੀ ਹੈ, ਉਹਨੇ ਦੇਖਿਆ ਕਿ ਜੋ ਕੇਜਰੀਵਾਲ ਨੇ ਸਾਨੂੰ ਸੁਪਨੇ ਵਿਖਾਏ, ਜੋ ਕੇਜਰੀਵਾਲ ਸਾਡੇ ਵਾਸਤੇ ਜਾਂ ਪੰਜਾਬ ਵਾਸਤੇ ਲੋਕਾਂ ਵਾਸਤੇ ਕਰਨਾ ਚਾਹੁੰਦੇ ਸੀ, ਉਹਦੇ ਉਲਟ ਸਾਰਾ ਕੰਮ ਹੋ ਰਿਹਾ। ਉਹਨਾਂ ਨੇ ਇਸੇ ਕਰਕੇ ਉਹਨਾਂ ਦੀ ਵਿਚਾਰਧਾਰਾ ਤੋਂ ਫਿਰ ਪਿੱਛੇ ਹਟ ਕੇ ਫਿਰ ਕਾਂਗਰਸ ਜੁਆਇਨ ਕੀਤੀ ਹੈ। ਜਿਹੜੀਆਂ ਗੱਲਾਂ ਕਿਸੇ ਵੇਲੇ ਮੂੰਹ ਚੋਂ ਨਿਕਲ ਜਾਂਦੀਆਂ ਨੇ, ਵਾਕਿਆ ਨਹੀਂ ਪੈਂਦੀਆਂ, ਕਿਉਂਕਿ ਉਹ ਗੱਲਾਂ ਦਾ ਤੁਸੀਂ ਆਪੇ ਤਾਂ ਕਹਿ ਰਹੇ ਹੋ ਕਿ ਉਹ ਵਜ਼ਨਦਾਰ ਗੱਲ ਕਰਦੇ ਆ। ਹੁਣ ਕਾਂਗਰਸ 'ਚ ਆਉਣ ਤੋਂ ਬਾਅਦ ਗੱਲਾਂ ਵਜ਼ਨਦਾਰ ਹੋਣਗੀਆਂ ਕਿ ਕਾਂਗਰਸ 'ਚ ਬਾਹਰ ਰਹਿਣ ਤੋਂ ਪਹਿਲਾਂ ਜਿਹੜੀਆਂ ਗੱਲਾਂ ਕਰਦੇ ਸੀ ਉਹ ਵਜ਼ਨਦਾਰ ਸੀ? ਅਗਵਾਈ ਜੀ, ਜਿਹੜੀ ਬੇਨਤੀ ਸੁਣੋ ਨਾ,
ਭਾਈ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਖਹਿਰਾ ਸਾਹਿਬ ਨੇ ਸਵਾਲ ਕੀਤੇ ਨੇ, ਅੱਜ ਉਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ 'ਚ ਹੀ ਅੱਜ ਉਹ ਫਿਰ ਕਾਂਗਰਸ 'ਚ ਸ਼ਾਮਲ ਹੋਏ ਨੇ। ਪਰ ਉਹਨਾਂ ਮੁੱਖ ਮੰਤਰੀ ਤੇ ਵੀ ਸਵਾਲ ਚੁੱਕਦੇ ਰਹੇ ਆ ਨਾ ਉਹ। ਮੇਰਾ ਤਾਂ ਸਵਾਲ ਇਹ ਸੀ ਤੁਹਾਨੂੰ ਕਿ ਉਹਨਾਂ ਤੇ ਹੀ ਸਵਾਲ ਚੁੱਕਦੇ ਰਹੇ ਆ ਜੀ। ਵਰਿੰਦਰ ਜੀ ਮੇਰੀ ਵੀ ਬੇਨਤੀ ਸੁਣੋ ਹਾਂਜੀ, ਕਿ ਜਿਹੜੇ 4 ਸਾਲ ਕਾਂਗਰਸ ਪਾਰਟੀ ਨੇ ਜਿਹੜਾ ਰਾਜ ਕੀਤਾ ਹੈ, ਜਿਹਦੇ ਵਿੱਚ ਪ੍ਰਾਪਤੀਆਂ ਹੋਈਆਂ ਨੇ, ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਹੈ ਔਰ ਕਿਸਾਨਾਂ ਦੀਆਂ ਫਸਲਾਂ ਚੁੱਕੀਆਂ ਗਈਆਂ ਨੇ। ਕਿ ਭਾਈ ਸਾਹਿਬ ਗੱਲ ਕਰ ਰਹੇ ਵਿਰਸਾ ਸਿੰਘ ਜੀ ਵਲਟੋਆ ਬੜੇ ਸੀਨੀਅਰ ਨੇ, ਮੈਂ ਇਹਨਾਂ ਨੂੰ ਇਹ ਬੇਨਤੀ ਕਰਨਾ ਕਿ 10 ਸਾਲ ਇਹ ਸੱਤਾ 'ਚ ਰਹੇ ਨੇ, ਕਿਸਾਨਾਂ ਦਾ ਜਿਹੜਾ ਹਾਲ ਹੁੰਦਾ ਸੀ ਕਣਕ ਦੇ ਝੋਨੇ ਦਾ, ਕਿਸ ਤਰ੍ਹਾਂ ਧਰਨਿਆਂ ਲਾ ਕੇ ਕਿਸਾਨਾਂ ਦੇ ਕਣਕ ਤੇ ਝੋਨਾ ਚੁੱਕਦੇ ਰਹੇ ਨੇ। ਅੱਜ ਕੈਪਟਨ ਅਮਰਿੰਦਰ ਸਿੰਘ ਨੇ 9 ਫਸਲਾਂ ਚੁੱਕੀਆਂ ਨੇ ਔਰ 9 ਫਸਲਾਂ ਹਰ ਜ਼ਿਮੀਂਦਾਰ ਦੇ ਇੱਕ ਦਾਣਾ ਜਿਹੜਾ ਸੋਨੇ ਦੇ ਵਰਗਾ ਜਿਹੜਾ ਉਹਨੂੰ ਚੁੱਕਿਆ। ਤੁਸੀਂ ਕਹਿ ਰਹੇ ਹੋ ਮਤਲਬ ਕੰਮਾਂ ਤੋਂ ਖੁਸ਼ ਹੋ ਕੇ ਖਹਿਰਾ ਸਾਹਿਬ ਆਏ ਨੇ ਤੁਹਾਡੇ ਕੋਲ, ਤੁਹਾਡੇ ਕੰਮਾਂ ਤੋਂ ਖੁਸ਼ ਹੋ ਗਏ ਨੇ ਉਹ। ਕੁਲਵਿੰਦਰ ਜੀ ਜੀ ਮੈਂ ਨਿੱਕੀ ਇੰਟਰਵੈਂਸ਼ਨ ਕਰਨੀ ਚਾਹੁੰਦਾ ਕਿਉਂਕਿ ਮੈਂ ਕਿਸੇ ਦਾ ਟਾਈਮ ਨਹੀਂ ਲੈਣਾ ਚਾਹੁੰਦਾ। ਪਰ ਜਿਹੜੀ ਗੱਲ ਖਹਿਰਾ ਸਾਹਿਬ ਇਹ ਕਹਿੰਦੇ ਆ ਕਿ ਮੈਂ ਕੇਜਰੀਵਾਲ ਤੋਂ ਬਹੁਤ ਉਮੀਦ ਲਾਈ ਸੀ ਤੇ ਕੇਜਰੀਵਾਲ ਉਹ ਆਪਣੇ ਸਵਰਾਜ ਵਾਲੇ ਏਜੰਡੇ ਨੂੰ ਲਾਗੂ ਨਹੀਂ ਕੀਤਾ ਜਾਂ ਜਿਹੜੇ ਆਟੋਨਮੀ ਜਾਂ ਵੱਧ ਸੂਬਿਆਂ ਦੇ ਅਧਿਕਾਰਾਂ ਵਾਲੇ ਨੂੰ ਗੱਲ ਨਹੀਂ ਕੀਤੀ, ਇਹਨਾਂ ਨੂੰ ਰੋਕਿਆ ਗਿਆ ਸੀ। ਇਹ ਗੱਲ ਨਹੀਂ ਹੈ, ਇਹ ਜਨਵਰੀ ਫਰਵਰੀ 2014 ਚ ਅੰਦਰ ਆਉਣਾ ਚਾਹੁੰਦੇ ਸੀ ਪਾਰਲੀਮੈਂਟ ਦੀਆਂ 14 ਦੀਆਂ ਚੋਣਾਂ ਤੋਂ ਪਹਿਲਾਂ, ਤੇ ਉਦੋਂ ਤੱਕ ਤੇ ਠੀਕ ਸੀਗਾ। ਪਰ ਜਦੋਂ ਇਹਨਾਂ ਨੇ ਦਸੰਬਰ 2015 ਚ ਜੁਆਇਨ ਕੀਤਾ ਉਦੋਂ ਪਹਿਲਾਂ ਤੇ ਪਾਰਟੀ ਸਪਲਿਟ ਹੋ ਚੁੱਕੀ ਸੀ, ਪਤਾ ਹੀ ਸੀਗਾ ਕਿ ਕੀ ਕੁਝ ਹੋ ਰਿਹਾ ਅੰਦਰ। ਇਹ ਕਹਿਣਾ ਕਿ ਮੈਨੂੰ ਪਤਾ ਨਹੀਂ ਸੀ, ਇੱਕ ਬਹੁਤਾ ਵਾਜਬ ਆਰਗੂਮੈਂਟ ਨਹੀਂ ਹੈ ਜੀ। ਗਰਗ ਸਾਹਿਬ ਮੈਂ ਨਾ ਲਾਡੀ ਸਾਹਿਬ ਨੂੰ 2 ਸਵਾਲ ਪੁੱਛਣਾ ਚਾਹੁੰਦਾ ਵਾਂ, ਕਿਉਂਕਿ ਹੁਣ ਖਹਿਰਾ ਸਾਹਿਬ ਇਹਨਾਂ ਦੀ ਪਾਰਟੀ ਦਾ ਹਿੱਸਾ ਨੇ ਔਰ ਲਾਡੀ ਸਾਹਿਬ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਆ। ਔਰ ਸੁਖਪਾਲ ਸਿੰਘ ਖਹਿਰਾ ਅਕਸਰ ਮਤਲਬ ਆਪਣੀਆਂ ਤਕਰੀਰਾਂ ਦੇ ਵਿੱਚ ਤਾਂ ਭਾਸ਼ਣਾਂ ਦੇ ਵਿੱਚ ਇਹ ਕਹਿੰਦੇ ਰਹੇ ਨੇ ਕਿ ਜਿਹੜਾ 84 ਦਾ ਸਿੱਖ ਕਤਲੇਆਮ ਸੀ ਉਹ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਨੇ। ਕੀ ਹੁਣ ਲਾਡੀ ਸਾਹਿਬ ਤੁਹਾਡੇ ਚੈਨਲ ਤੇ ਇਸ ਗੱਲ ਲਈ, ਕਿਉਂਕਿ ਹੁਣ ਖਹਿਰਾ ਸਾਹਿਬ ਉਸ ਪਾਰਟੀ ਦਾ ਹਿੱਸਾ ਨੇ, ਤਾਂ ਕੀ ਜਿਹੜੇ ਖਹਿਰਾ ਸਾਹਿਬ ਦੀ ਉਸ ਗੱਲ ਦੇ ਨਾਲ ਸਹਿਮਤ ਨੇ ਕਿ ਹਾਂ ਵੀ ਜਿਹੜੀ ਕਾਂਗਰਸ ਹੈ ਉਹ ਕਤਲੇਆਮ ਲਈ ਦੋਸ਼ੀ ਹੈ ਤੇ ਉਹਦੇ ਲਈ ਮਾਫੀ ਮੰਗਣਗੇ? ਮੇਰਾ ਦੂਸਰਾ ਸਵਾਲ, ਉਹਨਾਂ ਨੇ ਇੱਕ ਬੜਾ ਗੰਭੀਰ ਮੁੱਦਾ ਜਿਹੜਾ ਹੈਗਾ ਦੇਸ਼ ਦੀ ਯਾਨੀ ਕਿ ਸੁਰੱਖਿਆ ਦੇ ਉੱਤੇ ਵੀ ਲਗਾਤਾਰ ਉਹਨਾਂ ਨੇ ਆਖਿਆ ਸੀ, ਉਹ ਸੀ ਕਿ ਜੋ ਅਰੂਸਾ ਆਲਮ ਹੈ ਉਹ ਜੋ ਮੁੱਖ ਮੰਤਰੀ ਸਾਹਿਬ ਦੀ ਸਰਕਾਰੀ ਰਿਹਾਇਸ਼ ਦੇ ਵਿੱਚ ਰਹਿੰਦੇ, ਉਹ ਪਾਕਿਸਤਾਨ ਦੀ ਇੰਟੈਲੀਜੈਂਸੀ ਹੈਗੀ ਹੈ ਉਹਦੇ ਯਾਨੀ ਕਿ ਸਦਸਿਆ ਰਹੇ ਹੈਗੇ ਹੈ। ਤਾਂ ਕੀ ਜਿਹੜਾ ਹੈਗਾ ਹੁਣ ਇਹ ਜਿਹੜਾ ਮੁੱਦਾ ਹੈਗਾ ਇਹਦੇ ਉੱਤੇ ਵੀ ਆਪਣਾ ਜਿਹੜਾ ਸਟੈਂਡ ਜਿਹੜਾ ਹੈਗਾ ਲਾਡੀ ਸਾਹਿਬ ਸਪਸ਼ਟ ਕਰ ਦੇਣ। ਲਾਡੀ ਸਾਹਿਬ ਤੋਂ ਜਵਾਬ ਲੈ। ਲਾਸਟ ਗੱਲ ਜਿਹੜਾ ਹੈਗਾ ਕਿ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਰਾਜ ਬਲਟੋਹਾ ਸਾਹਿਬ ਨੇ ਵੀ ਆਖਿਆ ਹੈਗਾ, ਹਾਲਾਂਕਿ ਇਹਨਾਂ ਦੀ ਪਾਰਟੀ ਤੋਂ ਇਹ ਜਿਹੜਾ ਮਾਫੀਆ ਰਾਜ ਪੰਜਾਬ ਦੇ ਵਿੱਚ ਉਹ ਸ਼ੁਰੂ ਹੋਇਆ ਸੀ। ਪੰਜਾਬ ਦੇ ਵਿੱਚ 70 ਸਾਲਾਂ 'ਚ ਰਾਜ ਤੇ ਇਹਨਾਂ ਪਾਰਟੀਆਂ ਦੇ ਰਿਹਾ ਹੈਗਾ, ਚਾਹੇ ਉਹ ਨਸ਼ਾ ਮਾਫੀਆ ਹੋਵੇ, ਚਾਹੇ ਬਿਜਲੀ ਮਾਫੀਆ ਹੋਵੇ, ਚਾਹੇ ਉਹ ਕੇਬਲ ਮਾਫੀਆ ਹੋਵੇ ਤੇ ਚਾਹੇ ਰੇਤਾ ਬਜਰੀ ਮਾਫੀਆ ਹੋਵੇ। ਉਹਦੇ ਉੱਤੇ ਹੁਣ ਇਹਨਾਂ ਦਾ ਕੀ ਸਟੈਂਡ ਹੈਗਾ? ਕੀ ਜਿਹੜਾ ਹੈਗਾ ਲਾਡੀ ਜੀ ਤੋਂ ਜਵਾਬ ਲੈਂਦੇ। ਲਾਡੀ ਜੀ ਹਲੇ ਆ ਜੀ, ਫਿਰ ਬਾਰ-ਬਾਰ ਉਹ ਕੀ ਗੱਲ ਦਾ ਆਪਾਂ ਭਾਈ ਸਾਹਿਬ ਸਵਾਲ ਕਰ ਰਹੇ ਆ ਕਿ ਖਹਿਰਾ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਨੇ, ਤੋਂ ਕਿਸੇ ਵੇਲੇ ਜਦੋਂ ਬੰਦੇ ਦੇ ਅੰਦਰ ਕੋਈ ਗਿਲਾ ਸ਼ਿਕਵਾ ਹੁੰਦਾ ਹੈ, ਕੋਈ ਆਪਣੇ ਅੰਦਰ ਉਹਦੇ ਉਸ ਵੇਲੇ ਬਹੁਤ ਜ਼ਿਆਦਾ ਕੈਪਟਨ ਸਾਹਿਬ ਦੇ ਖਿਲਾਫ ਉਹਦੇ ਇੱਕ ਭਾਵਨਾ ਸੀ, ਪਰ ਉਹਨੂੰ ਜਦੋਂ ਸੱਚਾਈ ਦਾ ਸਾਹਮਣਾ ਅੱਜ ਕੈਪਟਨ ਸਾਹਿਬ ਦੇ ਉਹ ਜਾ ਕੇ ਖਹਿਰਾ ਸਾਹਿਬ ਅੱਜ ਕੈਪਟਨ ਕੱਲੇ ਕੈਪਟਨ ਸਾਹਿਬ ਦਾ ਨਹੀਂ, ਉਹ ਪੂਰੀ ਕਾਂਗਰਸ ਦਾ ਜ਼ਿਕਰ ਕਰ ਰਿਹਾ ਹੈ ਕਿ ਜੋ ਪੂਰਾ ਸਾਰੀ ਕਾਂਗਰਸ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਮੁੱਖ ਮੰਤਰੀ ਨੇ। ਨਹੀਂ ਲਾਡੀ ਸਾਹਿਬ, ਮੈਂ ਤੁਹਾਨੂੰ ਜਿਹੜਾ ਪੁੱਛ ਰਿਹਾ, ਮੇਰੇ ਉਚੇਚੇ ਤੌਰ ਤੇ ਪੁੱਛ ਰਿਹਾ ਕਿ ਖਹਿਰਾ ਸਾਹਿਬ ਬਿਲਕੁਲ ਕਹਿੰਦੇ ਰਹੇ ਨੇ ਕਾਂਗਰਸ ਜਿਹੜੀ ਹੈ ਉਹ ਸਿੱਖ ਕਤਲੇਆਮ ਲਈ ਦੋਸ਼ੀ ਹੈ। ਤੁਸੀਂ ਉਹਦੇ ਨਾਲ ਸਹਿਮਤ ਹੋ? ਕੁਛ ਐਸੇ ਉਦੋਂ ਬਣੇ ਦੇਖੋ, ਸਾਰੇ ਆਪਾਂ ਸਿੱਖਿਆ ਗੁਰੂ ਮਹਾਰਾਜ ਕੋ, ਸਿੱਖ ਤੇ ਸਾਰੇ ਹੀ ਆ, ਲੇਕਿਨ ਜਿਹੜੇ ਉਸ ਵੇਲੇ ਹਾਲਾਤ ਬਣੇ ਸੀ ਉਹ ਬੜੇ ਮਾੜੇ ਸੀ। ਉਹਨਾਂ 'ਚ ਵਾਕਿਆ ਹੀ ਸਾਨੂੰ ਦੁੱਖ ਹੈ ਇਸ ਗੱਲ ਦਾ। ਬਾਕੀ ਇਹ ਹੈ ਕਿ ਜਿਹੜੀ ਹਾਲਾਤ ਹੁਣ ਅੱਜ ਦੇ ਜੋ ਸਮਾਂ ਚੱਲ ਰਿਹਾ, ਅੱਜ ਕੋਵਿਡ ਆ, ਅੱਜ ਅਸੀਂ ਇੱਕ ਦੂਜੇ ਦੀ ਜਾਨਾਂ ਨੂੰ ਬਚਾਉਣ ਦੀ ਹਰ ਸੰਭਵ ਮਦਦ ਕਰ ਰਹੇ ਆ, ਚਾਹੇ ਉਹ ਹਿੰਦੂ ਆ, ਸਿੱਖ ਆ, ਈਸਾਈ ਆ, ਮੁਸਲਮਾਨ ਆ। ਇਹ ਤੇ ਜਿਹੜਾ ਸਾਨੂੰ ਠੀਕ ਹੈ ਲਾਡੀ ਜੀ, ਤੁਸੀਂ ਗੱਲ ਹੋਰ ਪਾਸੇ ਲਿਜਾ ਰਹੇ ਹੋ। ਕਹਿੰਦੇ ਤੁਹਾਡੇ ਤੌਰ ਤੇ ਉਹ ਲੀਡਰ ਤੁਹਾਡੇ ਤੇ ਬਹੁਤ ਵੱਡਾ ਇਲਜ਼ਾਮ ਲਾਉਂਦੇ ਰਹੇ ਹੈ। ਸੁਖਪਾਲ ਖਹਿਰਾ ਦਾ ਇਹ ਵੱਡਾ ਇਲਜ਼ਾਮ ਹੈ, ਉਹ ਸ਼ਾਮਿਲ ਵੀ ਉਹਨਾਂ ਦਿਨਾਂ 'ਚ ਹੋਏ ਆ। ਦੇ ਅੰਦਰ ਕੋਈ ਗੁੱਸਾ ਹੁੰਦਾ ਉਹ ਕਿਸੇ ਨਾ ਕਿਸੇ ਦੇ ਖਿਲਾਫ। ਤੁਸੀਂ ਉਹਨਾਂ ਨਾਲ ਸਹਿਮਤ ਹੋ ਜਾਂ ਸਹਿਮਤ ਨਹੀਂ ਹੋ? ਠੀਕ ਹੈ ਬਲਟੋਆ ਸਾਹਿਬ, ਕੋਈ ਚੀਜ਼ ਹੋ ਸਕਦੀ ਜਾਂ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ। ਬਲਟੋਆ ਜੀ ਖਹਿਰਾ ਸਾਹਿਬ ਵੀ ਦੱਸ ਸਕਦੇ ਨੇ ਜੀ, ਇਹ ਤੇ ਖਹਿਰਾ ਸਾਹਿਬ ਨੂੰ ਤੁਸੀਂ ਸਵਾਲ ਕਰ ਸਕਦੇ। ਨਹੀਂ ਸਰ, ਤੁਸੀਂ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਮੇਰੇ ਸਾਹਿਬ। ਮੈਂ ਰਿਪਰੈਜ਼ੈਂਟ ਕਰਦਾ ਕਾਂਗਰਸ ਪਾਰਟੀ ਨੂੰ। ਭਾਈ ਸਾਹਿਬ, ਇਹ ਤੇ ਖਹਿਰਾ ਸਾਹਿਬ ਦੇ ਸਵਾਲ ਸੀ, ਖਹਿਰਾ ਸਾਹਿਬ ਵੀ ਜਵਾਬ ਚੰਗੀ ਤਰ੍ਹਾਂ ਦੇ ਸਕਦੇ ਨੇ, ਬਟ ਉਹ ਕਾਂਗਰਸੀ ਪਹਿਲਾਂ ਵੀ ਕਾਂਗਰਸੀ। ਇਲਜ਼ਾਮ ਤਾਂ ਕਾਂਗਰਸ ਤੇ ਲਾਏ ਸੀ ਨਾ ਉਹਨਾਂ ਨੇ। ਅਸੀਂ ਤਾਂ ਸਵਾਲ ਇਸ ਲਈ ਪੁੱਛ ਰਹੇ ਲਾਡੀ ਜੀ ਤੁਹਾਨੂੰ ਕਿ ਇਲਜ਼ਾਮ ਤਾਂ ਤੁਹਾਡੀ ਪਾਰਟੀ ਤੇ ਹੀ ਲਾਉਂਦੇ ਰਹੇ ਆ ਨਾ, ਤੁਸੀਂ ਸ਼ਾਮਲ ਕੀਤਾ ਹੈ।
ਤੇ ਉਹਨਾਂ ਇਲਜ਼ਾਮਾਂ ਦਾ ਕੀ ਹੈ? ਉਹਨਾਂ ਇਲਜ਼ਾਮਾਂ ਤੋਂ ਤੁਸੀਂ ਬਰੀ ਤਾਂ ਨਹੀਂ ਹੋ ਸਕਦੇ ਫਿਰ? ਦੇਖੋ, ਇਹ ਸਾਰੀਆਂ ਪਾਰਟੀਆਂ ਦੇ ਪੋਲੀਟੀਕਲ ਸਾਡੇ ਵੀਰ ਬੈਠੇ ਨੇ, ਇਹ ਇੱਧਰ ਉੱਧਰ ਹੁੰਦਾ ਹੀ ਰਹਿੰਦਾ ਹੈ। ਜਦੋਂ ਸਰਕਾਰ ਕਾਂਗਰਸ ਦੇ ਕਈ ਐਮਐਲਏ ਜਾ ਕੇ ਇਹਨਾਂ ਨੇ ਜੁਆਇਨ ਕਰਾ ਕੇ ਉੱਥੇ ਇਲੈਕਸ਼ਨਾਂ ਬਾਈ ਇਲੈਕਸ਼ਨਾਂ ਕਰਾਈਆਂ, ਅੱਜ ਕਾਂਗਰਸ ਚ ਆ ਕੇ ਨੇ ਉਹ ਇਹ ਕੋਈ ਵੱਡੀ ਗੱਲ ਨਹੀਂ, ਇਹ ਚੱਲਦਾ ਰਹਿਣਾ। ਉਹ ਜੂ ਇਲੈਕਸ਼ਨਾਂ ਨੇੜੇ ਆਉਣੀਆਂ ਨੇ, ਇਹ ਜਿਹੜਾ ਸਰਗਰਮ ਹੋ ਗਿਆ ਕੰਮ ਵਰਕਰਾਂ ਦਾ, ਉਹ ਵਾਕਈ ਭਾਈ ਸਾਹਿਬ ਪਹਿਲਾਂ ਗੱਲ ਜਿਹੜੀ ਕਹੀ ਆ ਕਿ ਜਿਹਨੂੰ ਟਿਕਟ ਨਹੀਂ ਮਿਲੇਗੀ ਉਹਨੇ ਸੱਜੇ ਖੱਬੇ ਦੇਖਣਾ ਹੀ ਆ। ਉਹ ਆਮ ਪਾਰਟੀ ਵੇਖੇਗਾ, ਕੋਈ ਅਕਾਲੀ ਦਲ ਵੇਖੇਗਾ, ਅਕਾਲੀ ਦਲ ਵਾਲੇ ਕਾਂਗਰਸ ਵੇਖਣਗੇ, ਆਪ ਵਾਲੇ ਕਾਂਗਰਸ ਵਾਲੇ ਅੱਜ ਆਏ ਬਲਟੋਆ ਸਾਹਿਬ ਜੀ। ਹਾਂਜੀ ਕੁਲਵਿੰਦਰ ਜੀ, ਜੋ ਲਾਡੀ ਜੀ ਦਾਵਾ ਕਰ ਰਹੇ ਨੇ ਕਿ ਕੰਮਕਾਰ ਦੇਖ ਕੇ ਆਏ ਨੇ ਤੇ ਜੋ ਉਹਨਾਂ ਨੇ ਬਿਆਨ ਕੀਤੇ ਨੇ ਉਹ ਬਿਆਨ ਹੁੰਦੇ ਰਹਿੰਦੇ ਨੇ। ਇਸ ਤੋਂ ਪਹਿਲਾਂ ਜਦੋਂ ਵਿਰੋਧ 'ਚ ਕੋਈ ਵੀ ਜਾਂਦਾ ਹੈ ਤਾਂ ਬਿਆਨਬਾਜ਼ੀ ਕਰਦਾ ਹੀ ਹੈ। ਦੇਖੋ ਕੁਲਵਿੰਦਰ ਜੀ, ਇਹੀ ਦੁੱਖ ਦੀ ਗੱਲ ਹੈ ਕਿ ਰਾਜਨੀਤਿਕ ਵਿਅਕਤੀ ਨੂੰ ਆਪਦੀ ਪ੍ਰਤੀਕਿਰਿਆ, ਆਪਣਾ ਬਿਆਨ, ਆਪਣੇ ਸ਼ਬਦ ਜਿਹੜੇ ਨੇ ਇੱਕ ਜਿਹੜੀ ਰਾਜਨੀਤਿਕ ਮਰਿਆਦਾ ਉਹਦੇ ਵਿੱਚ ਰਹਿ ਕੇ ਦੇਣੇ ਚਾਹੀਦੇ ਆ। ਦੁੱਖ ਇਸ ਗੱਲ ਦਾ ਆ ਕਿ ਅੱਜ ਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਆ ਤੇ ਉੱਥੇ ਵੀ ਤੇਰੀ ਭੈਣ ਦੀ, ਤੇਰੀ ਮਾਂ ਦੀ ਇਹੀ ਕੁਝ ਚੱਲਦਾ ਤੇ ਬਾਹਰ ਵੀ ਇਹੀ ਕੁਝ ਚੱਲੀ ਜਾਂਦਾ। ਨਫ਼ਰਤ ਦੀ, ਕੜਵਾਹਟ ਦੀ ਰਾਜਨੀਤੀ ਬਣਾ ਕੇ ਰੱਖਦੀ ਹੈ। ਤੇ ਜੇ ਕਾਂਗਰਸ ਚੰਗੀ ਸੀ, ਜੇ ਕਾਂਗਰਸ ਇੱਕ ਮਿੰਟ ਮੇਰੀ ਗੱਲ ਕਰਨ ਦਿਓ ਜੀ। ਜੇ ਕਾਂਗਰਸ ਚੰਗੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਜਾਂ ਕਾਂਗਰਸ ਪਾਰਟੀ ਦੇ ਉੱਤੇ ਜੋ ਕੁਝ ਖਹਿਰਾ ਸਾਹਿਬ ਬੋਲਦੇ ਰਹੇ, ਪੰਜਾਬ ਦੇ ਲੋਕਾਂ ਨੂੰ ਦੱਸਦੇ ਰਹੇ ਆ, ਤੇ ਉਹ ਕਹਿੰਦੇ ਆ ਕਿ ਅੱਜ ਉਹ ਕਾਂਗਰਸ ਚੰਗੀ ਹੋ ਗਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੁੱਧ ਧੋਤੇ ਹੋ ਗਏ ਹੈ, ਤੇ ਫਿਰ ਪੰਜਾਬ ਦੇ ਲੋਕਾਂ ਕੋਲ ਤਾਂ ਖਹਿਰਾ ਸਾਹਿਬ ਮਾਫੀ ਮੰਗ ਲੈਣ ਕਿ ਮੈਂ ਝੂਠ ਬੋਲਦਾ ਰਿਹਾ, ਮੈਂ ਗੁਨਾਹਗਾਰ ਹਾਂ, ਮੈਂ ਦੋਸ਼ੀ ਹਾਂ ਤੁਹਾਡਾ। ਝੂਠ ਵੀ ਬੋਲਦੇ ਆ, ਗੁਨਾਹ ਵੀ ਕਰਦੇ ਆ, ਪਾਪ ਵੀ ਕਰਦੇ ਆ, ਧੋਖਾ ਵੀ ਕਰਦੇ ਆ, ਤੇ ਸੱਚੇ ਵੀ ਬਣਦੇ ਆ। ਏਡੀ ਵੱਡੀ ਰਾਜਨੀਤੀ ਦੇ ਨਾਲ ਧੋਖਾ। ਔਰ ਮੇਰਾ ਇੱਕੋ ਛੋਟਾ ਵੀਰ ਹੈ, ਮੇਰਾ ਸੁਖਪਾਲ ਸਿੰਘ ਖਹਿਰਾ, ਮੇਰੀ ਬੜੀ ਲੰਬੇ ਸਮੇਂ ਤੋਂ, ਮੇਰਾ ਖਿਆਲ ਹੈ ਕਿ 35-36 ਸਾਲ ਤੋਂ ਮੈਂ ਛੋਟਾ ਜਿਹਾ ਸੀ ਜਦੋਂ ਤੋਂ ਇਸ ਪਰਿਵਾਰ ਨਾਲ ਸਾਂਝ ਆ। ਤੇ ਮੈਂ ਤੁਹਾਨੂੰ ਵਾਰ-ਵਾਰ ਇਹ ਅਪੀਲ ਕਰਦਾ, ਜੇ ਸਿਆਸਤ ਕਰਨੀ ਆ, ਸਿਆਸਤ ਕਰੋ, ਨਫ਼ਰਤ ਨਾ ਕਰੋ, ਰਾਜਨੀਤੀ ਦੇ ਵਿੱਚ ਕੜਵਾਹਟ ਨਾ ਘੋਲੋ, ਤੇ ਜਿੱਥੇ ਹੈਗੇ ਜੇ ਉਹਦੇ ਬਣ ਕੇ ਰਹੋ। ਹੁਣ ਆਜੋ, ਅਰੋੜਾ ਸਾਹਿਬ ਨੇ ਗੱਲ ਕੀਤੀ ਸੀ ਜਿਹੜੀ ਕੇਜਰੀਵਾਲ ਨੇ ਮਾਫੀ ਮੰਗੀ ਸਰਦਾਰ ਬਿਕਰਮ ਸਿੰਘ ਮਜੀਠੀਆ, ਤੇ ਮਾਫੀ ਮੈਂ ਦੱਸਣਾ ਚਾਹੁੰਦਾ ਕੁਲਵਿੰਦਰ ਜੀ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਦਿੱਲੀ ਵਾਲੀ ਆ, ਉਹਨਾਂ ਨੇ ਮੇਰੇ ਕੋਲੇ ਪਹੁੰਚ ਕੀਤੀ ਕਿ ਸਾਡੇ ਕੋਲੋਂ ਗਲਤੀ ਹੋ ਗਈ ਆ ਤੇ ਕੇਜਰੀਵਾਲ ਸਾਹਿਬ ਦਾ ਤੇ ਮਜੀਠੀਆ ਸਾਹਿਬ ਦਾ ਮਸਲਾ ਹੱਲ ਕਰਵਾ ਦਿਓ, ਅਸੀਂ ਤੁਹਾਡੇ ਕੋਲੇ ਬੜੀ ਆਸ ਨਾਲ ਆਏ। ਚਲੋ, ਮੈਂ ਦੋਨੋਂ ਪਾਸੇ ਗੱਲ ਕੀਤੀ ਤੇ ਗੱਲ ਜਿਹੜੀ ਅਖੀਰ ਅੜਦੀ ਅੜਾਉਂਦੀ ਜਿਹੜੀ ਆ ਬੜੀ ਸੰਤੁਸ਼ਟੀ ਦੇ ਨਾਲ ਜੋ ਸਰਦਾਰ ਬਿਕਰਮ ਸਿੰਘ ਮਜੀਠੀਆ ਚਾਹੁੰਦੇ ਸੀਗੇ, ਉਹ ਕੇਜਰੀਵਾਲ ਨੇ ਮੰਨ ਕੇ ਅੱਜ ਵੀ ਚਿੱਠੀ ਦਾ ਸ਼ਬਦ ਪੜ੍ਹ ਲਓ ਜਿਸ ਤਰੀਕੇ ਨਾਲ ਮਾਫੀ ਮੰਗੀ ਹੈ। ਚਿੱਠੀ ਵਾਲੀ ਇੱਕ ਮਿੰਟ ਜੀ, ਇੱਕ ਮਿੰਟ ਸਾਹਿਬ ਹੋਗੀ, ਠੀਕ ਹੈ, ਚਿੱਠੀ ਵਾਲੀ ਗੱਲ ਮੈਨੂੰ ਗੱਲ ਪੂਰੀ ਕਰਕੇ ਪਾਸੇ ਤੇ ਲਾ ਲੈਂਦੇ ਹੋ। ਹੁਣ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਮਜੀਠੀਆ ਸਾਹਿਬ ਦੀ ਗੱਲ ਤੇ ਕਰਦੇ ਆ, ਜਿਹੜੀ ਫਾਜ਼ਿਲਕਾ ਕੋਰਟ ਦੇ ਵਿੱਚ ਡਰੱਗ ਦਾ ਕੇਸ ਜਿਹੜਾ ਆ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਖੁੱਲਿਆ ਹੋਇਆ ਤੇ ਸੁਪਰੀਮ ਕੋਰਟ 'ਚ ਜਾ ਕੇ ਸਟੇ ਲੈ ਕੇ ਆਇਆ, ਕਿਤੇ ਉਹਦੇ ਕਰਕੇ ਤੇ ਨਹੀਂ ਕੈਪਟਨ ਅਮਰਿੰਦਰ ਸਿੰਘ ਕੋਲੇ ਚਲੇ ਗਏ, ਜਿਹੜੇ ਵਾਰ-ਵਾਰ ਕਹਿੰਦੇ ਸੀ ਕੈਪਟਨ ਤੇ ਬਾਦਲ ਰਲੇ ਐ। ਸੁਖਪਾਲ ਸਿੰਘ ਖਹਿਰਾ ਦੀ ਹਫ਼ਤਾ ਪਹਿਲਾਂ ਦੀਆਂ ਸਟੇਟਮੈਂਟਾਂ ਕਢਾ ਕੇ ਦੇਖ ਲਓ, ਬਿਆਨ ਕਢਾ ਕੇ ਦੇਖ ਲਓ, ਕੈਪਟਨ ਤੇ ਬਾਦਲ ਰਲੇ ਐ, ਤੇ ਰਲਿਆ ਤੇ ਫਿਰ ਸੁਖਪਾਲ ਸਿੰਘ ਖਹਿਰਾ ਸੀਗਾ। ਤੇ ਫਿਰ ਕਿਉਂ ਨਹੀਂ ਮਾਫੀ ਮੰਗਦਾ ਕਿ ਮੈਂ ਪੰਜਾਬ ਦੇ ਲੋਕਾਂ ਦੇ ਵਿੱਚ ਬਾਦਲ ਤੇ ਕੈਪਟਨ ਦੇ ਰਲੇ ਹੋਣ ਦਾ ਜਿਹੜਾ ਮੈਂ ਕਹਿੰਦਾ ਰਿਹਾ ਉਹ ਝੂਠ ਸੀਗਾ, ਰਲਿਆ ਮੈਂ ਸੀਗਾ। ਇਸ ਕਰਕੇ ਸਾਡੀ ਹੱਥ ਬਣ ਕੇ ਬੇਨਤੀ ਹੈ, ਪੰਜਾਬ ਦੀ ਰਾਜਨੀਤੀ ਨੂੰ ਬੇੜਾ ਕਰਕੇ ਰੱਖਤਾ ਤੁਹਾਂ ਤੇ ਸੱਚੇ ਨਹੀਂ ਬੰਦੇ ਜੀ। ਕੌਣ ਰਲਿਆ ਹੋਇਆ ਅਰੋੜਾ ਸਾਹਿਬ? ਇਲਜ਼ਾਮ ਲੱਗਦੇ ਰਹੇ ਨੇ ਕਿ ਇੱਕ ਦੂਜੇ ਨਾਲ ਰਲੇ ਹੋਏ ਨੇ, ਕੌਣ ਰਲਿਆ ਹੋਇਆ? ਦੇਖੋ, ਇਸ ਤਰ੍ਹਾਂ ਕੁਲਵਿੰਦਰ ਜੀ ਕਿ 2019 ਦੇ ਵਿੱਚ ਖਹਿਰਾ ਸਾਹਿਬ ਨੇ ਇਲੈਕਸ਼ਨ ਲੜਿਆ ਸੀ ਬਠਿੰਡੇ ਤੋਂ ਲੋਕ ਸਭਾ ਦਾ, ਔਰ ਇਲੈਕਸ਼ਨ ਲੜਦੇ ਹੋਏ ਉਹਨਾਂ ਦੀ ਪੂਰੀ ਕੰਪੇਨ ਜਿਹੜੀ ਸੀ ਉਹ ਇਸੇ ਗੱਲ ਤੇ ਫੋਕਸ ਸੀ ਕਿ ਬਾਦਲ ਤੇ ਕੈਪਟਨ ਦੋਨੇ ਰਲੇ ਹੋਏ ਆ। ਲੇਕਿਨ ਬਾਅਦ ਦੇ ਵਿੱਚ ਅਸਲੀਅਤ ਜਿਹੜੀ ਸਾਹਮਣੇ ਆਈ ਕਿ ਜਿੰਨੀਆਂ ਵੋਟਾਂ ਉਹਨਾਂ ਨੇ ਕੱਟੀਆਂ ਉਨੀਆਂ ਵੋਟਾਂ ਦੇ ਨਾਲ ਹਰਸਿਮਰਤ ਕੌਰ ਬਾਦਲ ਜਿੱਤ ਕੇ ਆਈ। ਤੋਂ ਗੱਲ ਇਹ ਹੈ ਕਿ ਜਿੱਥੋਂ ਤੱਕ ਗੱਲ ਲਾਡੀ ਜੀ ਕਹਿ ਰਹੇ ਹੈ, ਅੱਜ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ। ਇਹ ਗੱਲ ਤੁਹਾਡੇ ਚੈਨਲ ਤੇ ਬਿਲਕੁਲ ਸਿੱਧ ਹੋ ਗਈ ਹੈ ਕਿ ਜਿਹੜਾ ਇਹ ਕਾਂਗਰਸ ਦਾ ਪਾਰਟੀ ਦਾ ਕੋਈ ਸਿਧਾਂਤ ਨਹੀਂ ਹੈ, ਕੋਈ ਪ੍ਰਿੰਸੀਪਲ ਨਹੀਂ ਹੈ। ਇਹਨਾਂ ਨੂੰ ਜਿਹੜਾ ਗਾਲਾਂ ਕੱਢਦਾ ਵਾ ਉਹਨੂੰ ਹੀ ਇਹ ਸਵੀਕਾਰ ਕਰਦੇ ਆ। ਤੁਸੀਂ ਦੇਖੋ, ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਨੂੰ ਕਹਿੰਦਾ ਸੀ ਮੁੰਨੀ ਸੇ ਜ਼ਿਆਦਾ ਬਦਨਾਮ, ਉਹਨੂੰ ਵੀ ਇਹਨਾਂ ਨੇ ਸਵੀਕਾਰ ਕਰ ਲਿਆ।
ਅੱਜ ਵੀ ਉਹ ਭਿਉਂ ਕੇ ਛਿੱਤਰ ਮਾਰਨ ਡਿਆ। ਲੇਕਿਨ ਗੱਲ ਇਹ ਹੈ ਕਿ ਇਸ ਪਾਰਟੀ ਦਾ ਕੋਈ ਸਿਧਾਂਤ ਨਹੀਂ ਹੈ। ਖਹਿਰਾ ਦਾ ਪੁਰਾਣਾ ਜਿਹੜਾ ਹੈਗਾ ਵਾ ਬੈਕ ਹਿਸਟਰੀ ਹੈ, ਉਹ ਕਾਂਗਰਸ ਦੀ ਹੈ, ਇਸ ਕਰਕੇ ਉਹਨਾਂ ਦਾ ਵੀ ਕੋਈ ਸਿਧਾਂਤ ਨਹੀਂ ਹੈ। ਜਿਹੜੀ ਗੱਲ ਮੈਂ ਪਹਿਲੇ ਕਹੀ ਹੈ ਕਿ ਅੰਦਰੂਨੀ ਗੱਲ ਹੋਰ ਹੈ। ਇਹਨਾਂ ਦੇ ਬੱਚਿਆਂ ਨੂੰ ਵੀ ਤੁਸੀਂ ਹੋਰ 15 ਦਿਨ ਬਾਅਦ 20 ਦਿਨ ਬਾਅਦ ਦੇਖ ਲੈਣਾ, ਇਹਨਾਂ ਦੇ ਬੱਚਿਆਂ ਨੂੰ ਵੀ ਕੋਈ ਸਰਕਾਰੀ ਨੌਕਰੀਆਂ ਵਗੈਰਾ ਕੈਪਟਨ ਸਾਹਿਬ ਨੇ ਦੇਣੀ ਹੈ, ਜਿੰਦੇ ਕਰਕੇ ਵੱਡੇ ਲਾਲਚ ਦੇ ਵਿੱਚ ਕਾਂਗਰਸ ਦੇ ਵਿੱਚ ਗਏ ਆ। ਔਰ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ, ਮੈਂ ਕਹਾਂਗਾ ਕਿ ਹੁਣ ਇਹਨਾਂ ਨੂੰ ਆਪਣਾ ਘਰ ਸੰਭਾਲਣਾ ਚਾਹੀਦਾ। ਇਹਨਾਂ ਦੇ ਸਰਵੇ ਜਿਹੜੇ ਆ ਉਹ ਸਾਰੇ ਉੜਨ ਸ਼ੁਰੂ ਹੋ ਜਾਣੇ ਆ, ਜਿਹੜੇ ਇਹਨਾਂ ਨੇ ਸਰਵੇ ਕਰਾਏ ਸੀ ਪੰਜਾਬ ਸਰਕਾਰ ਆਉਣ ਦੇ। ਠੀਕ ਹੈ, ਗਰਗ ਸਾਹਿਬ ਤੋਂ ਜਵਾਬ ਲਵਾਂਗੇ ਜੀ ਇਸ ਗੱਲ ਦਾ। ਪ੍ਰੋਫੈਸਰ ਸਾਹਿਬ ਇੱਕ ਸਵਾਲ ਦੇਖਣਾ, ਭਗਵੰਤ ਸਿੰਘ ਆ ਜਿਹੜਾ ਇਹਨਾਂ ਦਾ ਮਾਨ ਹੈਗਾ ਵਾ, ਕੀ ਨਾਮ ਇਹਦਾ, ਭਗਵੰਤ ਮਾਨ, ਇਹ ਵੀ ਆਮ ਆਦਮੀ ਪਾਰਟੀ ਤੋਂ ਛੱਡਣ ਨੂੰ ਫਿਰੇਗਾ ਜਿੱਦਾਂ। ਠੀਕ ਹੈ ਗਰਗ ਸਾਹਿਬ, ਇਸ ਸਵਾਲ ਦਾ ਜਵਾਬ ਲਵਾਂਗੇ ਕਿ ਤੁਹਾਡਾ ਆਪ ਦਾ ਕੁਨਬਾ ਜਿਹੜਾ ਹੈ ਉਹ ਖਿੰਡਦਾ ਜਾ ਰਿਹਾ ਹੈ। ਉਸ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਤੋਂ ਇੱਕ ਸਵਾਲ। ਪ੍ਰੋਫੈਸਰ ਸਾਹਿਬ, ਸੁਖਪਾਲ ਖਹਿਰਾ ਪੰਜਾਬ ਦੇ ਵਿੱਚ ਇੱਕ ਫਰੰਟ ਦੀ ਵੀ ਗੱਲ ਕਰਦੇ ਆ ਕਿ ਜੋ ਰਵਾਇਤੀ ਪਾਰਟੀ ਇਹਨਾਂ ਤੋਂ ਇਲਾਵਾ ਇੱਕ ਵੱਖਰੇ ਫਰੰਟ ਦੀ, ਤੁਹਾਨੂੰ ਲੱਗਦਾ ਕਿ ਉਸ ਫਰੰਟ ਦੇ ਗੱਲ ਕਰਨ ਵਾਲੇ ਲੋਕਾਂ ਨੂੰ ਵੀ ਇੱਕ ਵੱਡਾ ਝਟਕਾ ਹੈ ਸੁਖਪਾਲ ਖਹਿਰਾ ਦਾ ਮੁੜ ਕੇ ਕਾਂਗਰਸ 'ਚ ਜਾਣਾ? ਨਹੀਂ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਨੂੰ ਕਦੀ ਵੀ ਫਰੰਟ ਤੋਂ ਉਮੀਦ ਨਹੀਂ ਹੋਈ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਹੀ ਲਓ ਨਾ ਫਰੰਟ ਵਿੱਚ ਕੌਣ ਕੌਣ ਹੁੰਦੇ ਆ। ਇਹ ਦੋ ਹੈਗੇ ਬੈਂਸ ਬ੍ਰਦਰ, ਹੋਰ 3-4 ਅਲੱਗ-ਅਲੱਗ ਅਕਾਲੀ ਦਲ ਆ, ਉਹਦੇ 'ਚ ਕੁਝ ਇੰਡੀਵਿਜੂਅਲ ਵੀ ਹੁੰਦੇ ਆ, ਵੀਰ ਦਵਿੰਦਰ ਕਹਿ ਲਓ, ਜਾਂ ਮਤਲਬ PSP ਵੀ ਇੱਕ ਵਾਰੀ ਵਿੱਚੇ ਗਈ ਸੀ ਪਿਛਲੀ ਵਾਰੀ, ਧਰਮਵੀਰ ਗਾਂਧੀ ਜੀ ਵਰਗੇ ਜਿਹੜੇ ਇੰਟੈਲੈਕਚੁਅਲ ਜਾਂ ਹੋਰ ਸੋਸ਼ਲ ਵਰਕਰ ਉਹ ਵੀ ਹੋ ਜਾਂਦੇ। ਇਸ ਕਿਸਮ ਦਾ ਫਰੰਟ ਤੁਸੀਂ ਇਹ ਦੇਖੋ ਕਿੰਨਾ ਮੋਟਲੇ ਗਰੁੱਪ ਹੈਗਾ, ਕਿੰਨਾ ਅਲੱਗ-ਅਲੱਗ ਕਿਸਮ ਦਾ, ਤੇ ਉਹ ਚੱਲਣ ਤੋਂ ਪਹਿਲਾਂ ਹੀ ਕਈ ਵਾਰੀ ਤੇ ਠੁੱਸ ਹੋ ਜਾਂਦਾ, ਕਈ ਵਾਰੀ ਚੱਲਦਾ ਠੁੱਸ ਹੋ ਜਾਂਦਾ, ਸਿਰੇ ਨਹੀਂ ਲੱਗਦਾ ਹੈਗਾ। ਫਰੰਟ ਦਾ ਮਤਲਬ ਕੋਈ ਆਧਾਰ ਹੁੰਦਾ। ਫਰੰਟ ਦਾ ਮਤਲਬ ਇਹ ਤੇ ਨਹੀਂ ਕਿ ਕੁਝ ਤੂੰ ਲੈ ਲਾ ਕੁਝ ਮੈਂ ਲੈ ਲਾ, ਉਹੀ ਤਾਂ ਪਾਰਟੀਆਂ ਕਰ ਰਹੀਆਂ, ਉਹੀ ਫਰੰਟ ਕਰਦਾ। ਤੇ ਫਰੰਟ ਦਾ ਫਰਕ ਕੀ ਹੋਇਆ? ਜੇ ਤੁਹਾਡਾ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਆ, ਸੋਲਿਡ ਇੱਕ ਵਿਜ਼ਨ ਹੈਗਾ ਔਰ ਇੱਕ ਕਮਿਟਮੈਂਟ ਹੈਗੀ ਆ, ਔਰ ਲੋਕਾਂ ਨੂੰ ਤੁਸੀਂ ਉਹ ਪ੍ਰੋਗਰਾਮ ਲੈ ਕੇ ਲੋਕਾਂ 'ਚ ਜਾਂਦੇ ਆ, ਲੋਕਾਂ ਨੂੰ ਕਨਵਿੰਸ ਕਰਦੇ, ਕੋਈ ਗੱਲ ਬਣਦੀ। ਪਰ ਉਹ ਤੇ ਆਪਣੇ ਹੀ ਜਿਹੜੇ ਰੈਂਕ ਐਂਡ ਫਾਈਲ ਨੂੰ ਇਕੱਠਾ ਰੱਖਣਾ, ਇੰਨੀ ਭਾਂਤ ਦੀ ਵਣ ਦੀ ਲੱਕੜੀ ਨੂੰ ਇਕੱਠਾ ਹੋ ਜਾਂਦਾ। ਫਰੰਟ ਦਾ ਪੰਜਾਬ ਦੇ ਵਿੱਚ ਕੋਈ ਮਤਲਬ ਨਹੀਂ। ਹਾਂ, ਕੋਈ ਨਵਾਂ ਚਾਂਸ, ਨਵੀਂ ਪਾਰਟੀ, ਨਵੇਂ ਤਰੀਕੇ ਵੱਡੇ ਪੱਧਰ ਤੇ ਕੋਈ ਹੋਰ ਆ ਜਾਣ, ਉਹ ਗੱਲ ਅਲੱਗ ਆ। ਕਦੋਂ ਆਉਂਦੇ ਨਹੀਂ ਆਉਂਦੇ ਉਹ ਗੱਲ ਭਵਿੱਖ ਦੇ ਗਰਭ ਦੇ ਵਿੱਚ ਹੈ। ਪਰ ਫਰੰਟ ਵਾਲੀ ਜਿਹੜੀ ਇਹ ਗੱਲ ਖੁਦ ਵੀ ਕਰਦੇ ਰਹੇ ਆ ਖਹਿਰਾ ਸਾਹਿਬ, ਮੈਨੂੰ ਪਤਾ ਆ, ਉਹ ਹੁਣ ਗੱਲਾਂ ਪਾਸਟ ਹੀ ਆ, ਉਹਨਾਂ ਨੂੰ ਛੱਡ ਦਿਓ, ਆਪਾਂ ਨੂੰ ਸਾਰਿਆਂ ਨੂੰ ਪਤਾ। ਠੀਕ ਹੈ, ਇੱਕ ਥੋੜਾ ਜਿਹਾ ਜ਼ਿਕਰ ਇਹ ਦੱਸ ਸਕੋ ਕਿ ਸੁਖਪਾਲ ਖਹਿਰਾ ਉਸ ਸਮੇਂ 'ਚ ਕਾਂਗਰਸ 'ਚ ਆ ਰਹੇ ਹੈ ਜਦੋਂ ਪੂਰੀ ਤਰ੍ਹਾਂ ਦੇ ਨਾਲ ਘਮਸਾਨ ਮਚਿਆ ਹੋਇਆ, ਬਹੁਤ ਸਾਰੇ ਵਿਧਾਇਕ ਸ਼ਿਕਾਇਤ ਲਾ ਕੇ ਆਏ ਨੇ ਕਮੇਟੀ ਦੇ ਕੋਲ। ਤੁਹਾਨੂੰ ਲੱਗਦਾ ਹੈ ਕਿ ਇਸ ਟਾਈਮ ਦੇ ਵਿੱਚ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਕੇ ਤੇ ਦੋ ਹੋਰ ਵਿਧਾਇਕਾਂ ਨੂੰ ਮੁੱਖ ਮੰਤਰੀ ਉਸ ਸਪੇਸ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਈ ਕਮਾਂਡ ਦੇ ਸਾਹਮਣੇ? ਬਿਲਕੁਲ, ਇਹ ਬਹੁਤ ਵਧੀਆ ਗੱਲ ਕੀਤੀ ਹੈ। ਚਰਚਾ ਇਸ ਗੱਲ ਦੀ ਕਾਫੀ ਹੈਗੀ ਹੈ ਕਿ ਤੁਸੀਂ ਦੇਖੋ, ਇਹ 4 ਦਿਨ ਪਹਿਲਾਂ ਰੌਲਾ ਪੈ ਗਿਆ ਸੀ ਕਿ ਅੱਜ 4 ਦਿਨ ਪਹਿਲਾਂ ਦੀ ਗੱਲ ਹੈ ਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਕਾਂਗਰਸ ਜੁਆਇਨ ਕਰ ਰਿਹਾ, ਬਾਅਦ 'ਚ ਸ਼ਾਮ ਨੂੰ ਪਤਾ ਲੱਗਾ ਵੀ ਕੀਤਾ ਹੀ ਨਹੀਂ। ਇਹਦਾ ਮਤਲਬ ਉਹ ਤਿਆਰੀ ਸੀਗੀ, ਉਹ ਇਹ ਜਾਣਬੁੱਝ ਕੇ ਪਲਾਨ ਕੀਤਾ ਗਿਆ। ਜਦੋਂ ਇੱਕ ਕਮੇਟੀ ਦਾ ਅਨਾਉਂਸਮੈਂਟ ਹੋ ਗਈ ਕਿ ਜਦੋਂ ਕੈਪਟਨ ਸਾਹਿਬ ਉੱਥੇ ਜਾਣਗੇ, ਐਨ ਹੈਲੀਕਾਪਟਰ ਨੂੰ ਪਿੱਛੇ ਦਿਖਾ ਕੇ ਜੁਆਇਨ ਕਰਵਾਇਆ ਜਾਊਗਾ, ਤਾਂ ਕਿ ਜਾਂਦਿਆਂ ਇਹ ਉੱਥੇ ਕਹਿ ਸਕਣ ਕਮੇਟੀ ਸਾਹਮਣੇ ਕੈਪਟਨ ਸਾਹਿਬ ਕਿ ਦੇਖੋ ਮੈਂ ਤੇ ਪਾਰਟੀ ਲਈ ਇੰਨਾ ਕੰਮ ਕਰ ਰਿਹਾ, ਇਹ ਜਿਹੜੇ ਸਾਰੇ ਬਾਕੀ ਆਏ ਆ ਉਹ ਆਪਣੇ ਸੱਤਾ ਲਈ ਮਤਲਬ ਲੋਭ ਦੇ ਵਿੱਚ ਤੁਹਾਡੇ ਕੋਲ ਸ਼ਿਕਾਇਤਾਂ ਲਾ ਕੇ ਗਏ ਆ, ਕੰਮ ਤੇ ਮੈਂ ਹੀ ਕਰ ਰਿਹਾ, ਤੇ ਫਰੰਟ ਤੋਂ ਗੱਡੀ ਨੂੰ ਤੇ ਮੈਂ ਹੀ ਧੋ ਰਿਹਾ, ਤੇ ਜਿੱਤ ਵੀ ਮੇਰੇ ਨਾਂ ਤੇ ਕਾਂਗਰਸ ਦੀ ਹੋਈ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਹੋਗੀ। ਉਹ ਇਸ ਗੱਲ ਦੇ ਪੁਆਇੰਟ ਬਣਾ ਰਹੇ ਆ। ਜਿਹੜੀ ਅੰਦਰੂਨੀ ਵਿਰੋਧਤਾ, ਠੀਕ ਹੈ ਕੁਲਵਿੰਦਰ, ਤੁਸੀਂ ਬਿਲਕੁਲ ਸਹੀ ਫਰਮਾਇਆ ਕਿ ਜਿਹੜੀ ਅੰਦਰੂਨੀ ਵਿਰੋਧਤਾ ਉਹਨੂੰ ਥੋੜਾ ਢਿੱਲਾ ਪਾਉਣ ਲਈ ਔਰ ਆਪਣੇ ਨੰਬਰ ਬਣਾਉਣ ਲਈ ਇਸ ਮੌਕੇ ਦੀ ਚੁਆਇਸ ਕੀਤੀ ਗਈ ਹੈ, ਔਰ ਉਹਦਾ ਫਾਇਦਾ ਕੈਪਟਨ ਸਾਹਿਬ ਨੂੰ ਹੋਊਗਾ ਵੀ। ਹਾਂਜੀ, ਠੀਕ ਹੈ। ਗਰਗ ਸਾਹਿਬ, ਇੱਕ ਉਹਨਾਂ ਨੇ ਤੁਹਾਡੇ ਕੁਨਬੇ ਬਾਰੇ ਸਵਾਲ ਚੁੱਕਿਆ ਸੀ, ਅਰੋੜਾ ਸਾਹਿਬ ਨੇ, ਉਹਦਾ ਜਵਾਬ ਦਿਓ। ਤੇ ਦੂਜੀ ਗੱਲ ਇਹ ਸੀ ਕਿ ਅੱਜ ਤੁਹਾਡੇ ਜਿਹੜੇ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਕਿ ਮੌਕਾ ਪ੍ਰਸਤੀ ਹੈ ਜਿਹੜੀ ਸੁਖਪਾਲ ਖਹਿਰਾ ਨੇ ਇਸ ਤਰੀਕੇ ਕਾਂਗਰਸ 'ਚ ਜਾਣਾ। ਤੁਹਾਡੀ ਪਾਰਟੀ 'ਚ ਵੀ ਬਹੁਤ ਸਾਰੇ ਲੀਡਰ ਆ ਰਹੇ ਨੇ ਬਾਕੀ ਪਾਰਟੀਆਂ ਤੋਂ, ਉਹਨਾਂ ਨੂੰ ਲੈ ਕੇ ਫਿਰ ਕੀ ਉਹ ਮੌਕਾ ਪ੍ਰਸਤੀ ਨਹੀਂ ਕਰ ਰਹੇ? ਫਿਰ ਉਹਦੇ 'ਚ ਫਰਕ ਕੀ ਹੈ ਦੋਵਾਂ 'ਚ? ਦੇਖੋ, ਰਾਜਨੀਤਿਕ ਮੌਕਾ ਪ੍ਰਸਤੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹਦੀ ਐਗਜ਼ਾਮਪਲ ਅੱਜ ਤੁਹਾਡੇ ਬਿਲਕੁਲ ਸਾਹਮਣੇ ਹੈਗੇ। ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹਾਂਗਾ ਤੇ ਸਾਡੇ ਕੁਨਵੇ ਦੇ ਉੱਤੇ ਜਿਹੜਾ ਇਹਨਾਂ ਨੇ ਸਵਾਲ ਚੁੱਕੇ ਹੈਗੇ ਆ। 2017 ਦੇ ਵਿੱਚ ਜਦੋਂ ਅਕਾਲੀ ਦਲ ਅਤੇ ਕਾਂਗਰਸ ਨੇ ਮਿਲ ਕੇ ਇਲੈਕਸ਼ਨ ਲੜੀ, ਉਸ ਤੋਂ ਬਾਅਦ ਪ੍ਰਿੰਸੀਪਲ ਇਹਦੇ ਕੋਸ਼ਿਸ਼ਾਂ ਦੇ ਬਾਵਜੂਦ ਆਮ ਆਦਮੀ ਪਾਰਟੀ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਬਣ ਗਈ। ਇਹਨਾਂ ਨੂੰ ਹਜ਼ਮ ਨਹੀਂ ਹੋਈ, ਉਹ ਲਗਾਤਾਰ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਆਪਣੀਆਂ ਚਾਲਾਂ ਚੱਲਦੇ ਰਹੇ, ਔਰ ਉਹਦੇ ਵਿੱਚ ਨੈਚੁਰਲੀ ਕਈ ਵਾਰ ਬੰਦੇ ਜਿਹੜੇ ਹੈਗੇ ਲਾਲਚੀ ਕਿਸਮ ਦੇ ਹੁੰਦੇ ਆ, ਓਪਰਚੁਨਿਸਟਿਕ ਹੁੰਦੇ ਆ, ਖਹਿਰਾ ਸਾਹਿਬ ਵਰਗੇ, ਉਹ ਟਰੈਪ ਹੋ ਜਾਂਦੇ ਆ।
ਤੇ ਉਹ ਟਰੈਪ ਹੋ ਕੇ ਆਮ ਆਦਮੀ ਪਾਰਟੀ ਨੂੰ ਤੋੜਨ ਤੇ ਤੁਰ ਪਏ। ਔਰ ਅੱਜ ਅਸੀਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਨੂੰ ਕੋਈ ਝਟਕਾ ਨਹੀਂ ਹੈਗਾ। ਜਿਹੜੇ ਇਹ 2 MLA ਦੀ ਤੁਸੀਂ ਨਾਲ ਗੱਲ ਕਰ ਰਹੇ ਹੋ, ਖਹਿਰੇ ਦੇ ਨਾਲ ਕਾਂਗਰਸ ਦੇ ਵਿੱਚ ਜੁਆਇਨ ਕਰ ਗਏ ਹੈ, ਤੇ ਇਹ ਲੋਕ ਤੇ 2018 ਹੀ ਆਮ ਆਦਮੀ ਪਾਰਟੀ ਛੱਡ ਕੇ ਸੀ, ਸਾਡੇ ਤਾਂ ਹਿੱਸਾ ਹੈ ਹੀ ਨਹੀਂ ਸੀ, ਕਿਉਂਕਿ ਜਦੋਂ 2019 ਉਹੀ ਤਾਂ ਉਹ ਕਹਿ ਰਹੇ ਨੇ ਨਾ ਕਿ ਕਿੰਨੇ ਵਿਧਾਇਕ ਨੇ ਤੁਹਾਡੇ ਇਸ ਤਰੀਕੇ। ਗਰਗ ਜੀ ਭਗਵੰਤ ਮਾਨ ਕੁਲਵਿੰਦਰ ਜੀ ਮੈਨੂੰ ਗੱਲ ਤੇ ਕਰ ਲੈਂਦੇ ਹੋ ਨਾ ਕੰਪਲੀਟ ਪਲੀਜ਼। ਤੁਸੀਂ ਸਵਾਲ ਪੁੱਛਿਆ, ਮੈਂ ਜਵਾਬ ਤੇ ਦੇ ਦਿਆਂ। ਜਦੋਂ 2019 ਦਾ ਇਲੈਕਸ਼ਨ ਆਇਆ, ਉਸ ਇਲੈਕਸ਼ਨ ਦੇ ਵਿੱਚ ਪੰਜਾਬੀ ਏਕਤਾ ਪਾਰਟੀ ਇਹਨਾਂ ਨੇ ਬਣਾਈ, ਉਹਦਾ ਹਿੱਸਾ ਬਣੇ, ਪ੍ਰਚਾਰ ਕੀਤਾ ਖਹਿਰਾ ਸਾਹਿਬ ਵਾਸਤੇ। ਔਰ ਅਸੀਂ ਸਾਰੇ ਜਾਣਦੇ ਹਾਂ ਕੀ ਖਹਿਰਾ ਸਾਹਿਬ ਦਾ ਹਸ਼ਰ ਹੋਇਆ, ਕੀ ਕਮਾਲੂ ਜੀ ਦੇ ਆਪਣੇ ਪਿੰਡੋਂ ਕਿੰਨੀਆਂ ਵੋਟਾਂ ਉਹ ਪਵਾ ਸਕੇ ਖਹਿਰਾ ਸਾਹਿਬ ਨੂੰ। ਮੇਰੇ ਖਿਆਲ 3 ਜਾਂ ਪਤਾ ਨਹੀਂ 4 ਵੋਟਾਂ ਸੀ ਟੋਟਲ ਉਹਨਾਂ ਦੇ ਆਪਣੇ ਪਿੰਡੋਂ ਉਸ ਵਕਤ 2019 ਦੇ ਵਿੱਚ। ਤੁਸੀਂ ਆਪ ਸਾਰਾ ਦੇਖ ਸਕਦੇ ਹੋ। 2019 ਦੇ ਇਲੈਕਸ਼ਨ ਤੋਂ ਪਹਿਲਾਂ ਮਾਨਸ਼ਾਹੀ ਆ ਉਹ ਗਿਆ ਸੀ ਕਾਂਗਰਸ ਦੇ ਵਿੱਚ, ਔਰ 1,37,000 ਵੋਟ ਸਾਨੂੰ ਬਠਿੰਡਾ ਲੋਕ ਸਭਾ ਦੇ ਵਿੱਚ ਪਈ ਸੀ, ਤਾਂ ਸਭ ਤੋਂ ਵੱਧ ਵੋਟ 28,000 ਵੋਟ ਜਿਹੜੀ ਆ ਸਾਨੂੰ ਮਾਨਸਾ ਹਲਕੇ ਤੋਂ ਪਈ। ਬਲਕਿ ਇਹਨਾਂ ਦੇ ਜਾਣ ਨਾਲ ਸਾਨੂੰ ਫਾਇਦਾ ਇਹ ਹੋਇਆ, ਹੁਣ ਬਿੱਲੀ ਥੈਲੇ ਤੋਂ ਬਾਹਰ ਆ ਗਈ ਹੈ, ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਸ ਤਰੀਕੇ ਨਾਲ ਇਹ ਗੁੰਮਰਾਹ। ਚਲੋ ਠੀਕ ਹੈ, ਇੱਕ ਛੋਟਾ ਜਿਹਾ ਸਵਾਲ ਲਾਡੀ ਜੀ ਨੂੰ, ਮੇਰੇ ਕੋਲ ਸਮਾਂ ਘੱਟ ਹੈ। ਲਾਡੀ ਜੀ, ਖਹਿਰਾ ਸਾਹਿਬ ਨੂੰ ਉਤਾਰ ਰਹੇ ਹੋ ਫਿਰ ਮੈਦਾਨ 'ਚ, ਤੁਸੀਂ ਕਹਿ ਰਹੇ ਹੋ ਕਿ ਚੰਗੇ ਬੁਲਾਰੇ ਨੇ, ਪਾਰਟੀ ਦੇ ਤਗੜੇ ਲੀਡਰ ਨੇ, ਮੈਦਾਨ 'ਚ ਉਤਾਰ ਰਹੇ ਹੋ, ਫਿਰ ਦੁਬਾਰੇ ਉਹਨਾਂ ਨੂੰ ਟਿਕਟ ਦੇ ਰਹੇ ਹੋ? ਬਿਲਕੁਲ ਜੀ, ਉਹ ਤੇ ਕਾਂਗਰਸ ਪਾਰਟੀ ਦਾ ਪਹਿਲਾਂ ਵੀ ਹਿੱਸਾ ਸਨ, ਸਾਡੇ ਸਪੋਕਸਮੈਨ ਰਹੇ ਨੇ, ਬੜੇ ਸੀਨੀਅਰ ਨੇ। ਉਹਨਾਂ ਨੂੰ ਦੁਬਾਰਾ ਕਾਂਗਰਸ ਨੇ ਜੁਆਇਨ ਕੀਤਾ, ਉਹਨਾਂ ਨੂੰ ਵਧਾਈ ਵੀ ਦੇਣੇ ਆ। ਬਾਕੀ ਸਾਰਿਆਂ ਨੂੰ, ਜਿੱਥੋਂ ਤੱਕ ਆਮ ਪਾਰਟੀ ਦੀ ਗੱਲ ਕਰ ਰਹੇ ਆ ਕਿ ਸਾਰੇ ਇਹਨਾਂ ਦੇ ਜਿਹੜੇ ਵਿਧਾਇਕ ਨੇ ਰੋਜ਼ ਸਾਡੇ ਨਾਲ ਮੀਟਿੰਗਾਂ ਹੁੰਦੀਆਂ ਨੇ। ਭਾਈ ਸਾਹਿਬ, ਇਹ ਇੱਕ ਬੁੱਲਾ ਸੀ ਇਹਨਾਂ ਦਾ, ਉਹ ਹਵਾ 'ਚ ਹੁਣ ਉੱਡ ਗਿਆ, ਗਾੜੀ ਤੇ ਹੁਣ ਬਿਲਕੁਲ ਸਾਫ਼ ਹੋ ਗਿਆ ਕੰਮ। ਇਸੇ ਕਰਕੇ ਖਹਿਰਾ ਸਾਹਿਬ ਉਹ ਸਾਰੀ ਸਾਥੀ ਜਿਹੜੇ ਕਾਂਗਰਸ ਜੁਆਇਨ ਕਰ ਰਹੇ।